ਆਪਣੇ ਪਿਓ ਆਪਣੇ ਖਾਵੰਦ ਨੂੰ ਸਵਾਲ ਕਰਨਾ ਚਾਹੀਦਾ। ਕੀ ਸਵਾਲ ਕਰਨਾ ਚਾਹੀਦਾ ਕਿ ਕੀ ਤੂੰ ਕਦੇ ਪੇ ਕੀਤਾ ਸੈਕਸ ਦੇ ਲਈ? ਕੁਝ ਦਿਨਾਂ ਤੋਂ ਜਿਹੜੀ ਇੱਕ ਗੱਲਬਾਤ ਚੱਲੀ ਹੈ, ਕਿਤੇ ਨਾ ਕਿਤੇ ਪਹਿਲਾਂ ਵੀ ਚੱਲਦੀ ਸੀ। ਸਾਡੇ ਲਿਟਰੇਚਰ ਦੇ ਵਿੱਚ, ਸਾਡੀਆਂ ਕਹਾਣੀਆਂ ਦੇ ਵਿੱਚ ਵੀ ਇਹ ਗੱਲ ਕਿਤੇ ਨਾ ਕਿਤੇ ਆਈ ਆ। ਕੀ ਪੰਜਾਬੀ ਸਮਾਜ ਦੇ ਵਿੱਚ ਇਹ ਚੀਜ਼, ਮੈਂ ਔਰਤਾਂ ਦੀ ਗੱਲ ਕਰ ਰਿਹਾ, ਕੋਈ ਆਬਜ਼ਰਵੇਸ਼ਨ ਹੈ ਵੀ ਇਹ ਇਸ ਕੰਮ ਦੇ ਵਿੱਚ ਕਿਤੇ ਨਾ ਕਿਤੇ 0.001% ਇਨਵੋਲਵ? ਦੇਖੋ, ਇਹ ਕਿਸੇ ਵੀ ਸੁਸਾਇਟੀ ਦੇ ਵਿੱਚ ਜਿਹੜਾ ਵੀ ਵਰਗ ਫਾਈਨੈਂਸ਼ੀਅਲੀ ਤੇ ਸੋਸ਼ਲੀ ਡਿਸਟਰਬ ਆ, ਜਿਸ ਨੂੰ ਤੁਸੀਂ ਦਬਾਇਆ ਹੋਇਆ, ਉਸਨੇ ਆਪਣੇ ਸਰਵਾਈਵਲ ਦੇ ਲਈ ਕੋਈ ਤਰੀਕਾ ਲੱਭਣਾ। ਉਸ ਤੋਂ ਚੋਰੀ ਹੋਵੇ, ਬੰਦੇ ਹੋ ਸਕਦਾ ਚੋਰੀ ਕਰਦੇ ਹੋਣ ਜਾਂ ਡਰੱਗ ਜ਼ਿਆਦਾ ਵੇਚਦੇ ਹੋਣ। ਔਰਤ ਕੋਲੇ ਜਿਹੜਾ ਇੱਕ ਸੇਫੈਸਟ, ਮੈਂ ਕਹਿੰਦੀ ਬਾਕੀ ਚੀਜ਼ਾਂ ਦੇ ਨਾਲੋਂ ਸੇਫੈਸਟ ਇੱਕ ਐਵੇਨਿਊ ਹੈਗਾ, ਉਹ ਪ੍ਰੋਸਟੀਟਿਊਸ਼ਨ। ਭਾਵੇਂ ਮਰਦ ਹੋਵੇ, ਔਰਤ ਹੋਵੇ, ਤੇ ਭਾਵੇਂ ਇੱਕ ਤੀਸਰਾ ਲਿੰਗ ਹੈ, ਜੇ ਉਸ ਦਿਨ ਨਾ ਕਿਸੇ ਵੀ ਇਨਸਾਨ ਨੂੰ ਜਦ ਜ਼ਰੂਰਤ ਪੈਣੀ ਹੈ ਤੇ ਜੇ ਦੇ ਵਪਾਰ ਦਾ ਉਸਨੂੰ ਆਫਰ ਕੀਤਾ ਜਾਊਗਾ ਤਾਂ ਦੈਨ ਉਹ ਕਰੂਗਾ। ਬਹੁਤ ਥੋੜੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਗੱਲਾਂ ਕਰਨੀਆਂ ਨਹੀਂ ਚਾਹੀਦੀਆਂ, ਖਾਸ ਕਰ ਮੀਡੀਆ ਨੂੰ, ਸੁਸਾਇਟੀ ਦੇ ਵਿੱਚ। ਈਵਨ ਭੈਣ ਭਰਾ ਜਾਂ ਮਾਂ ਪੇ ਇਹ ਨਹੀਂ ਗੱਲਾਂ ਕਰਦੇ ਆਪਸ ਦੇ ਵਿੱਚ, ਘਰਾਂ ਦੇ ਵਿੱਚ ਡਿਸਕਸ਼ਨ ਦਾ ਸਾਡਾ ਪਾਰਟ ਨਹੀਂ ਹੈ ਵੀ ਇਹ ਤਾਂ ਗਲਤ ਚੀਜ਼ਾਂ ਹੁੰਦੀਆਂ ਨੇ, ਇਹਨਾਂ ਨੂੰ ਦੱਬ ਦੇਣਾ ਚਾਹੀਦਾ। ਰੌਲਾ ਇਹ ਨਹੀਂ ਕਿ ਇਸ ਦੀ ਗੱਲ ਕੀਤੀ ਗਈ ਹੈ ਹੁਣ ਜਾਂ ਪਹਿਲਾਂ ਵੀ ਕਈ ਵਾਰੀ ਕੀਤੀ, ਰੌਲਾ ਇਹ ਹੈ ਕਿ ਕਿਸ ਤਰ੍ਹਾਂ ਕੀਤੀ ਗਈ ਹੈ। ਪਰ ਤੁਸੀਂ ਕੋਈ ਵੀ ਇਨਸਾਨ, ਮਰਦ ਔਰਤ ਹੋਵੇ ਜਾਂ ਤੀਸਰਾ ਲਿੰਗ ਹੋਵੇ, ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਅਨਵਾਂਟਡ ਸੈਕਸ਼ੂਅਲ ਐਕਟੀਵਿਟੀ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ, ਹੈ ਨਾ, ਮਜਬੂਰੀ ਕਰਕੇ ਕਰ ਰਹੇ ਹੋ, ਪਿਆਰ ਕਰਕੇ ਨਹੀਂ ਕਰ ਰਹੇ, ਠੀਕ ਆ, ਉਹਦੇ ਬਾਰੇ ਸੋਚਣਾ ਚਾਹੀਦਾ। ਜੋ ਕੁਛ ਜਿਹੜੇ ਕੁਛ ਵੀ ਜੋ ਲੰਘ ਰਹੀ ਆ, ਫਿਰ ਤੁਸੀਂ ਇਹ ਮੰਨ ਰਹੇ ਆ ਕਿ ਸਾਡੇ ਸਮਾਜ ਦੇ ਵਿੱਚ ਸਾਰਾ ਕੁਛ ਹੈਗਾ ਆ, ਤੇ ਜੇ ਸਾਡਾ ਓਪਨਲੀ ਇਹ ਮੰਨਣਾ, ਫਿਰ ਉਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਕੇ ਬਦਨਾਮ ਕਰਨਾ ਨਹੀਂ। ਤੁਸੀਂ ਮੰਨੋ ਜਾਂ ਨਾ ਮੰਨੋ, ਕੋਈ ਮੰਨੇ ਜਾਂ ਨਾ ਮੰਨੇ, ਪਰ ਇਹ ਹੋ ਤਾਂ ਰਿਹਾ ਨਾ। ਅਸੀਂ ਦੁਨੀਆ ਦੇ ਇੱਕ ਬਿਹਤਰ ਮੁਲਕ ਦੇ ਵਿੱਚ ਰਹਿ ਰਹੇ ਹਾਂ। ਜੇ ਇਹ ਇੱਥੇ ਨਹੀਂ ਆ, ਜੇ ਤੁਹਾਨੂੰ ਲੱਗਦਾ ਵੀ ਬਰਾਬਰੀ ਨਹੀਂ ਆ ਔਰਤ ਮਰਦ ਦੀ, ਜਿਹਦੇ ਵਿੱਚ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਡਿਸਾਈਡ ਕਰਨ ਵਾਲਾ ਉਹ ਮਰਦ ਆ, ਕੀ ਕਰਨਾ ਔਰਤ ਨੇ, ਕਿਹਦੇ ਤੇ ਸ਼ਰਮ ਕਰਨੀ, ਕਿਹੜੀ ਗੱਲ ਕਰਨੀ, ਕਿਹੜੀ ਨਹੀਂ ਕਰਨੀ, ਤਾਂ ਫਿਰ ਇਹ ਦੁਨੀਆ ਦੇ ਕਿਹੜੇ ਹਿੱਸੇ 'ਚ ਹੋ ਸਕਦੀ, ਜਾਂ ਕਿਤੇ ਸਵਰਗ 'ਚ ਹੋ ਸਕਦੀ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅੱਜ ਅਸੀਂ ਸਟੂਡੀਓਜ਼ ਤੋਂ ਬਾਹਰ ਇੱਥੇ ਵਾਈਟ ਰੌਕ ਸਰੀ ਦੇ ਵਿੱਚ ਆਏ, ਹੈਰੀਟੇਜ ਪਾਰਕ ਦੇ ਵਿੱਚ ਖੜ੍ਹੇ ਹਾਂ ਇਸ ਵੇਲੇ, ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ। ਵਿਸ਼ਾ ਕਾਫੀ ਦਿਨਾਂ ਤੋਂ ਚੱਲ ਰਿਹਾ, ਕੈਨੇਡਾ ਦੇ ਵਿੱਚ ਪੰਜਾਬੀ ਕੁੜੀਆਂ ਦੀ ਬਦਨਾਮੀ ਨਾਲ ਸੰਬੰਧਿਤ। ਇਸ ਮਸਲੇ 'ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਬਹੁਤ ਡਿਬੇਟ ਚੱਲੀ ਮੀਡੀਆ। ਸ਼ਾਇਦ ਹੀ ਅਸੀਂ ਕੱਲ੍ਹ ਵੀ ਕੁਝ ਸਟੂਡੈਂਟਸ ਦੇ ਨਾਲ ਇੱਥੇ ਗੱਲਬਾਤ ਕੀਤੀ, ਪਰ ਅੱਜ ਅਸੀਂ ਉਸ ਮਸਲੇ ਦੇ ਉੱਤੇ ਗੱਲਬਾਤ ਨਹੀਂ ਕਰ ਰਹੇ। ਮਸਲਾ ਭਾਵੇਂ ਉਹਦੇ ਨਾਲ ਸੰਬੰਧਿਤ ਆ, ਪਰ ਉਹਦੇ ਤੋਂ ਹਟਵਾਂ ਆ। ਮਸਲਾ ਬੜਾ ਸਿੱਧਾ ਆ ਕਿ ਜਿੱਥੇ ਸਮਾਜ ਦੇ ਵਿੱਚ ਅਸੀਂ ਵੱਖ-ਵੱਖ ਖੇਤਰਾਂ ਦੇ ਵਿੱਚ ਅੱਗੇ ਵਧੇ ਹਾਂ, ਤਰੱਕੀ ਕੀਤੀ ਆ, ਪ੍ਰੋਸਟੀਟਿਊਸ਼ਨ ਵਰਗੀਆਂ ਗੱਲਾਂ ਜਿਹੜੀਆਂ ਉਹ ਵੀ ਸਾਡੇ ਸਮਾਜ ਦਾ ਇੱਕ ਹਿੱਸਾ ਬਣੀਆਂ ਰਹੀਆਂ ਨੇ, ਔਰ ਉਹਦੀ ਗੱਲਬਾਤ ਹੁਣ ਪੰਜਾਬੀ ਸਮਾਜ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਆ। ਬਹੁਤ ਕੁਛ ਸੁਸਾਇਟੀ ਦੇ ਵਿੱਚ ਚੰਗਾ ਹੁੰਦਾ, ਥੋੜ੍ਹਾ ਕੁਛ ਮਾੜਾ ਵੀ ਹੁੰਦਾ। ਦੋ ਪੱਖ ਨੇ। ਜਾਂ ਤਾਂ ਤੁਸੀਂ ਉਹਨਾਂ ਗੱਲਾਂ ਬਾਰੇ ਗੱਲ ਨਾ ਕਰੋ, ਜੇ ਸਮਾਜ ਦੇ ਵਿੱਚ ਕੁਛ ਗਲਤ ਹੋ ਰਿਹਾ, ਜੇ ਕਿਤੇ ਨਾ ਕਿਤੇ ਹੈ ਕੁਛ ਨਾ ਕੁਛ, ਉਹਦੇ ਬਾਰੇ ਤੁਸੀਂ ਗੱਲਬਾਤ ਨਾ ਕਰੋ। ਮੈਂ ਇੱਥੇ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ, ਅਸੀਂ ਸਟੂਡੈਂਟਾਂ ਬਾਰੇ ਗੱਲ ਨਹੀਂ ਕਰ ਰਹੇ, ਇਨ ਜਨਰਲ ਸਮਾਜ ਬਾਰੇ ਗੱਲ ਕਰ ਰਹੇ ਹਾਂ, ਸਾਰੀ ਸੁਸਾਇਟੀ ਬਾਰੇ, ਸਾਡੀ ਕਮਿਊਨਿਟੀ ਬਾਰੇ। ਉਹਨਾਂ ਗੱਲਾਂ ਨੂੰ ਨਾ ਕਰੋ, ਉਹਨਾਂ ਨੂੰ ਛੱਡ ਦਿਓ, ਕਿਉਂਕਿ ਜੇ ਉਹਨਾਂ ਗੱਲਾਂ ਬਾਰੇ ਤੁਸੀਂ ਗੱਲ ਕਰੋਗੇ ਤਾਂ ਉਹ ਤੁਸੀਂ ਆਪਣੀ ਬਦਨਾਮੀ ਆਪ ਕਰ ਰਹੇ ਹੋ। ਮੀਡੀਆ ਦੇ ਵਿੱਚ ਇੱਦਾਂ ਦੀਆਂ ਗੱਲਾਂ ਕਰਕੇ ਇੱਕ ਪੱਖ ਇਹ ਵੀ ਹੈ ਕਿ ਤੁਸੀਂ ਆਪਣੀ ਬਦਨਾਮੀ ਕਰ ਰਹੇ ਹੋ। ਜਿਹੜੀ ਗੱਲ ਸ਼ਾਇਦ ਕਿਤੇ ਹੈ ਕਿ ਨਹੀਂ, 0.0001% ਕਿਤੇ ਹੈਗੀ ਆ, ਉਹਨੂੰ ਤੁਸੀਂ ਹਾਈਲਾਈਟ ਕਰਕੇ ਉਹਨੂੰ ਇਸ਼ੂ ਬਣਾ ਕੇ ਜਿਹੜਾ ਲੋਕਾਂ ਦੇ ਵਿੱਚ ਗੱਲ ਕਰ ਰਹੇ ਹੋ। ਦੂਜਾ ਪੱਖ ਇਹ ਆ ਕਿ ਜੇ ਕਿਤੇ ਨਾ ਕਿਤੇ ਕੋਈ ਗੱਲ ਇੱਦਾਂ ਦੀ ਹੈਗੀ ਆ ਤਾਂ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਇਹਦਾ ਕਾਰਨ ਕੀ ਹੈ, ਕਿਉਂ ਇਹ ਗੱਲ ਅੱਜ ਚਲਦੀ ਇੱਥੇ ਤੱਕ ਆਈ ਵੀ ਮੀਡੀਆ ਦੇ ਵਿੱਚ ਇਹ ਬਦਨਾਮੀ ਵਾਲੀ ਗੱਲ ਹੋਣ ਲੱਗ ਪਈ, ਬਦਨਾਮੀ ਵਾਲੀ ਗੱਲ ਦੀ ਹੱਦ ਤੱਕ ਇਹ ਗੱਲ ਪਹੁੰਚ ਗਈ। ਇਹਦਾ ਲੌਂਗ ਟਰਮ ਇਫੈਕਟ ਕੀ ਆ, ਇਹ ਕਿਹੜਾ ਪਾਸਾ ਸਾਡੀ ਕਮਿਊਨਿਟੀ ਦਾ ਅੱਗੇ ਆ ਰਿਹਾ। ਦੂਜੀ ਗੱਲ, ਨਸ਼ੇ ਕਰਨ ਵਾਲੇ, ਗਲਤ ਕੰਮ ਕਰਨ ਵਾਲੇ, ਪ੍ਰੋਸਟੀਟਿਊਸ਼ਨ, ਡਰੱਗਸ, ਲੜਾਈਆਂ, ਬੰਦੇ ਕਤਲ ਹੋਣ ਵਾਲੀਆਂ ਗੱਲਾਂ ਹਰ ਸੁਸਾਇਟੀ ਦੇ ਵਿੱਚ ਰਹੀਆਂ। ਮੀਡੀਆ, ਲਿਟਰੇਚਰ, ਆਰਟ ਕੀ ਉਹਨੂੰ ਅੱਗੇ ਲੈ ਕੇ ਆਵੇ, ਉਹਦੇ ਬਾਰੇ ਗੱਲ ਕਰੇ, ਜਾਂ ਉਹਨੂੰ ਮਿੱਟੀ ਪਾ ਦੇਵੇ, ਉਸ ਗੱਲ ਨੂੰ ਦੱਬੀ ਰਹਿਣ ਦੇ। ਚੰਗੀਆਂ ਗੱਲਾਂ ਜਿਹੜੀਆਂ ਪੋਜ਼ੀਟਿਵ ਗੱਲਾਂ ਆ, ਉਹਨੂੰ ਜ਼ਿਆਦਾ ਹਾਈਲਾਈਟ ਕਰਕੇ ਉਹਨਾਂ ਬਾਰੇ ਗੱਲਬਾਤ ਕਰੇ। ਜੈਂਡਰ ਇਨਇਕੁਐਲਿਟੀ, ਜਿਹੜਾ ਸੈਕਸ ਦੇ ਉੱਤੇ ਗੱਲ ਕਰਨੀ, ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਆਪਣੇ ਆਪ ਦੇ ਵਿੱਚ
ਅਸ਼ਲੀਲ ਮੰਨੀ ਜਾਂਦੀ ਆ। ਇਹ ਸੈਕਸ ਕਾਮ ਦੇ ਅੱਜ ਵੀ ਸਾਡੇ ਸਮਾਜ ਦਾ ਜਿਹੜਾ ਟੈਬੂ ਆ, ਇਹਦੇ ਉੱਤੇ ਵੀ ਹੈਗੀ ਵੀ ਕੀ ਇਹ ਗੱਲ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਇਹਨਾਂ ਸਾਰੇ ਮੁੱਦਿਆਂ ਨੂੰ ਅਸੀਂ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਜਾ ਕੇ ਵਿਚਾਰਨਾ ਚਾਹੁੰਦੇ ਹਾਂ। ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਮੀਰਾ ਗਿੱਲ ਜੀ ਨੂੰ। ਤੁਸੀਂ ਜਾਣਦੇ ਹੋ ਸਾਰੇ ਉੱਘੇ ਸੋਸ਼ਲ ਐਕਟਿਵਿਸਟ ਨੇ, ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਦੇ ਹਾਂ। ਸਮਾਜ ਦੀ ਕਾਫੀ ਡੂੰਘੀ ਸਮਝ ਰੱਖਦੇ ਨੇ। ਮੀਰਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਜੀ, ਬਹੁਤ ਮਿਹਰਬਾਨੀ। ਤੁਹਾਡੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰਾ ਸਤਿਕਾਰ। ਮੀਰਾ ਜੀ, ਪਹਿਲਾ ਸਵਾਲ, ਕੁਝ ਦਿਨਾਂ ਤੋਂ ਜਿਹੜੀ ਇੱਕ ਗੱਲਬਾਤ ਚੱਲੀ ਹੈ, ਕਿਤੇ ਨਾ ਕਿਤੇ ਪਹਿਲਾਂ ਵੀ ਚੱਲਦੀ ਸੀ, ਸਾਡੇ ਲਿਟਰੇਚਰ ਦੇ ਵਿੱਚ, ਸਾਡੀਆਂ ਕਹਾਣੀਆਂ ਦੇ ਵਿੱਚ ਵੀ ਇਹ ਗੱਲ ਕਿਤੇ ਨਾ ਕਿਤੇ ਆਈ ਆ। ਕੀ ਪੰਜਾਬੀ ਸਮਾਜ ਦੇ ਵਿੱਚ ਇਹ ਚੀਜ਼, ਮੈਂ ਔਰਤਾਂ ਦੀ ਗੱਲ ਕਰ ਰਿਹਾ, ਕੋਈ ਆਬਜ਼ਰਵੇਸ਼ਨ ਹੈ ਵੀ ਇਹ ਇਸ ਕੰਮ ਦੇ ਵਿੱਚ ਕਿਤੇ ਨਾ ਕਿਤੇ 0.001% ਇਨਵੋਲਵ ਨੇ? ਦੇਖੋ, ਇਹ ਕਿਸੇ ਵੀ ਸੁਸਾਇਟੀ ਦੇ ਵਿੱਚ ਜਿਹੜਾ ਵੀ ਵਰਗ ਫਾਈਨੈਂਸ਼ਲੀ ਤੇ ਸੋਸ਼ਲੀ ਡਿਸਟਰਬ ਆ, ਜਿਸਨੂੰ ਤੁਸੀਂ ਦਬਾਇਆ ਹੋਇਆ, ਉਸਨੇ ਆਪਣੇ ਸਰਵਾਈਵਲ ਦੇ ਲਈ ਕੋਈ ਤਰੀਕਾ ਲੱਭਣਾ। ਉਸ ਤੋਂ ਚੋਰੀ ਹੋਵੇ, ਬੰਦੇ ਹੋ ਸਕਦਾ ਚੋਰੀ ਕਰਦੇ ਹੋਣ ਜਾਂ ਡਰੱਗ ਜ਼ਿਆਦਾ ਵੇਚਦੇ ਹੋਣ। ਔਰਤ ਕੋਲੇ ਜਿਹੜਾ ਇੱਕ ਸੇਫੈਸਟ, ਮੈਂ ਕਹਿੰਦੀ ਬਾਕੀ ਚੀਜ਼ਾਂ ਦੇ ਨਾਲੋਂ ਸੇਫੈਸਟ ਇੱਕ ਐਵੇਨਿਊ ਹੈਗਾ, ਉਹ ਪ੍ਰੋਸਟੀਟਿਊਸ਼ਨ ਹੈ ਨਾ, ਦੇਹ ਵਪਾਰ ਹੈ। ਸੋ ਇਸ ਨੂੰ ਇਹ ਸੋਚਣਾ ਕਿ ਨਹੀਂ ਸਾਰੀ ਪੰਜਾਬੀ ਔਰਤ ਜਾਂ ਸਾਰੀਆਂ ਇੰਡੀਅਨ ਔਰਤਾਂ ਜਿਹੜੀਆਂ ਹੈਗੀਆਂ ਉਹ ਬਹੁਤ ਐਥਿਕਲੀ ਬਹੁਤ ਹਾਈ ਨੇ, ਬਹੁਤ ਸਪੋਰਟਡ ਨੇ, ਨਹੀਂ ਹੈ। ਕਿਉਂਕਿ ਆਪਾਂ ਨੂੰ ਪਤਾ ਕਿ ਔਰਤਾਂ ਭਾਵਾਂ ਦਲਿਤ ਦੀਆਂ ਨੇ, ਭਾਵਾਂ ਇੱਥੇ ਵੀ, ਜਿਸ ਤਰ੍ਹਾਂ ਆਪਾਂ ਸਟੂਡੈਂਟਸ ਦੀ ਗੱਲ ਕਰਦੇ ਸੀ, ਇੱਥੇ ਵੀ ਜਿਹੜੀਆਂ ਬੱਚੀਆਂ ਆਈਆਂ ਭਾਵਾਂ ਕਿਸੇ ਵੀ ਬੈਕਗ੍ਰਾਉਂਡ ਤੋਂ ਆਈਆਂ ਹੋਣ, ਪਰ ਕੀ ਉਹਨਾਂ ਦਾ ਜਿਹੜਾ ਡਿਸੀਜਨ ਸੀ, ਇਟ ਵਾਜ਼ ਸਿੰਪਲੀ ਮੋਨੀਟਰੀ, ਇੱਕ ਪੈਸੇ ਦੀ ਘਾਟ ਕਰਕੇ ਹੈ। ਸੋ ਤੁਹਾਡਾ ਸਵਾਲ ਦਾ ਜਵਾਬ ਦੇਣਾ ਕਿ ਜਿੱਥੇ ਜਿੱਥੇ ਕਦੇ ਵੀ ਭਾਵਾਂ ਮਰਦ ਹੋਵੇ, ਔਰਤ ਹੋਵੇ, ਤੇ ਭਾਵਾਂ ਇੱਕ ਤੀਸਰਾ ਲਿੰਗ ਹੈ, ਜੇ ਉਸ ਦਿਨ ਕਿਸੇ ਵੀ ਇਨਸਾਨ ਨੂੰ ਜਦ ਜ਼ਰੂਰਤ ਪੈਣੀ ਹੈ ਤੇ ਜੇ ਦੇਹ ਵਪਾਰ ਦਾ ਉਸਨੂੰ ਆਫਰ ਕੀਤਾ ਜਾਊਗਾ ਤਾਂ ਦੈਨ ਉਹ ਕਰੂਗਾ ਜੀ। ਸੋ ਆਫ ਕੋਰਸ ਇਟਸ ਐਗਜ਼ਿਸਟ ਇਨ ਆਪਣੀ ਕਮਿਊਨਿਟੀ ਦੇ ਵਿੱਚ ਐਗਜ਼ਿਸਟ ਕਰਦੀ ਹੈ। ਇੱਕ ਪੱਖ ਇਹ ਆ ਵੀ ਇਹ ਗੱਲ ਬਹੁਤ ਥੋੜ੍ਹੀ ਹੁੰਦੀ ਆ, ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਗੱਲਾਂ ਕਰਨੀਆਂ ਨਹੀਂ ਚਾਹੀਦੀਆਂ, ਖਾਸ ਕਰ ਮੀਡੀਆ ਨੂੰ, ਸੁਸਾਇਟੀ ਦੇ ਵਿੱਚ। ਈਵਨ ਭੈਣ ਭਰਾ ਜਾਂ ਮਾਂ ਪੇ ਇਹ ਨਹੀਂ ਗੱਲਾਂ ਕਰਦੇ ਆਪਸ ਦੇ ਵਿੱਚ, ਘਰਾਂ ਦੇ ਵਿੱਚ ਡਿਸਕਸ਼ਨ ਦਾ ਸਾਡਾ ਪਾਰਟ ਨਹੀਂ ਹੈ ਵੀ ਇਹ ਤਾਂ ਗਲਤ ਚੀਜ਼ਾਂ ਹੁੰਦੀਆਂ ਨੇ, ਇਹਨਾਂ ਨੂੰ ਦੱਬ ਦੇਣਾ ਚਾਹੀਦਾ। ਦੂਜੀ ਗੱਲ, ਜੇ ਤੁਸੀਂ ਇਹਦੇ ਬਾਰੇ ਗੱਲ ਕਰਦੇ ਹੋ ਤਾਂ ਤੁਸੀਂ ਉਹਨਾਂ ਦੀ ਬਦਨਾਮੀ ਆਪ ਕਰ ਰਹੇ ਹੋ, ਮਤਲਬ ਆਪਣੀ ਬਦਨਾਮੀ, ਆਪਣੇ ਧੀਆਂ ਦੀ ਬਦਨਾਮੀ ਤੁਸੀਂ ਆਪ ਕਰ ਰਹੇ ਹੋ। ਇਹ ਗੱਲ ਵਾਜਬ ਆ? ਕਿੱਡੀ ਗਲਤ ਅਪਰੋਚ ਲੈ ਕੇ ਆਪਾਂ ਇਸ ਪਰਸਪੈਕਟਿਵ ਨੂੰ ਦੇਖਦੇ ਹਾਂ ਨਾ, ਵੀ ਘਰ ਦੇ ਵਿੱਚ ਕੋਈ ਕੂੜੇ ਵਾਲੀ ਥਾਂ ਆ, ਹੈ ਨਾ, ਕਿੱਥੇ ਆਪਾਂ ਜਿਹੜਾ ਪਿਛਲਾ ਕਮਰਾ ਆ ਉਹਨੂੰ ਉਹਦੇ ਵਿੱਚ ਤੁਸੀਂ ਜਾ ਕੇ ਨਾ ਉਹਨੂੰ ਬੰਦ ਕਰੀ ਜਾਣਾ, ਉਹਦੇ ਦਰਵਾਜ਼ਾ, ਗੈਸਟਸ ਨੇ ਆਉਣਾ, ਉਹ ਬੰਦ ਕਰ ਦਿਓ, ਉੱਥੇ ਕੋਈ ਜਾਵੇ ਨਾ। 2 ਦਿਨ ਹੋ ਗਏ, 3 ਮਹੀਨਾ, ਸਾਲ, ਉਮਰਾਂ, ਸਦੀਆਂ ਨਿਕਲ ਗਈਆਂ, ਉਸ ਪਿਛਲੇ ਕਮਰੇ ਦੇ ਵਿੱਚ ਕੋਈ ਚੀਜ਼ ਜਿਹੜੀ ਹੈ ਉਹ ਸਾਫ਼ ਨਹੀਂ ਹੈ ਤੇ ਉਸ ਨੂੰ ਆਪਾਂ ਬੰਦ ਕਰਕੇ ਰੱਖਦੇ ਹਾਂ। ਜਦੋਂ ਵੀ ਕੋਈ ਮਾੜਾ ਜਿਹਾ ਪਰਦਾ ਖੋਲ੍ਹਦਾ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਕਿ ਮਾੜੀ ਗੱਲ ਹੈ। ਰੌਲਾ ਇਹ ਨਹੀਂ ਕਿ ਇਸ ਦੀ ਗੱਲ ਕੀਤੀ ਗਈ ਹੈ ਹੁਣ ਜਾਂ ਪਹਿਲਾਂ ਵੀ ਕਈ ਵਾਰੀ ਕੀਤੀ, ਰੌਲਾ ਇਹ ਹੈ ਕਿ ਕਿਸ ਤਰ੍ਹਾਂ ਕੀਤੀ ਗਈ ਹੈ। ਇਹ ਗਲਤੀ ਹੈ। ਮੈਂ ਸਟੂਡੈਂਟਸ ਦੀ ਭਾਵੇਂ ਗੱਲ ਨਹੀਂ ਕਰ ਰਹੀ ਕਿਉਂਕਿ ਮੋਸਟ ਰੀਸੈਂਟ ਐਗਜ਼ਾਮਪਲ ਹੈ। ਮੈਂ ਤੁਹਾਨੂੰ ਉਸ ਦੇ ਲਈ ਬਹੁਤ ਇੱਕ ਦਰਦ ਜਿਹੜਾ ਮੈਨੂੰ ਚੀਜ਼ ਸੁੱਠੀ ਜਦੋਂ ਮੈਂ ਉਸ ਨੂੰ 2-3 ਪ੍ਰੋਗਰਾਮ ਦੇਖੇ, ਕਿ ਉਸ ਬੱਚੀ ਜਾਂ ਬੱਚੀਆਂ ਬਾਰੇ ਜਦੋਂ ਗੱਲ ਹੋ ਰਹੀ ਸੀ, ਉਸ ਨੇ ਕਿਉਂ ਕੀਤਾ, ਮਾੜਾ ਕੀਤਾ, ਹਜ਼ਾਰਾਂ ਸ਼ੇਅਰ ਹੋ ਗਏ, ਪਰ ਮੈਨੂੰ ਹਜੇ ਇੱਕ ਵੀ ਕੋਈ ਕਮੈਂਟ ਨਹੀਂ ਲੱਭਿਆ ਜਿਸ ਕਿਸੇ ਨੇ ਕਿਹਾ ਹੋਵੇ ਭਾਈ ਬੱਚੀ ਪਤਾ ਨਹੀਂ ਕਿਹੜੀ ਥਾਂ ਤੋਂ ਕਿਸ ਤਰ੍ਹਾਂ ਉਹ ਮੁਸ਼ਕਲਾਤਾਂ ਦੇ ਵਿੱਚ ਲੰਘ ਰਹੀ ਹੈ। ਕਿਸੇ ਨੇ ਸੋਸ਼ਲ ਸਰਵਿਸ ਨੂੰ ਕੰਟੈਕਟ ਕੀਤਾ, ਕਿਸੇ ਨੇ ਕੋਈ ਉਸ ਬੱਚੀ ਦਾ ਬੋਡੀ, ਮਾਈਂਡ ਤੇ ਸੋਲ, ਤਿੰਨੋਂ ਚੀਜ਼ਾਂ ਉਹਦੇ 'ਚ ਕੰਬ ਉੱਠੀਆਂ ਇਸ ਵਕਤ। ਭਾਵੇਂ ਉਸਨੇ ਆਪ ਹੀ ਹਾਂ ਕੀਤੀ ਹੋਣੀ, ਪਰ ਤੁਸੀਂ ਕੋਈ ਵੀ ਇਨਸਾਨ, ਮਰਦ ਔਰਤ ਹੋਵੇ ਜਾਂ ਤੀਸਰਾ ਲਿੰਗ ਹੋਵੇ, ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਅਨਵਾਂਟਡ ਸੈਕਸ਼ੂਅਲ ਐਕਟੀਵਿਟੀ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ, ਹੈ ਨਾ, ਮਜਬੂਰੀ ਕਰਕੇ ਕਰ ਰਹੇ ਹੋ, ਪਿਆਰ ਕਰਕੇ ਨਹੀਂ ਕਰ ਰਹੇ, ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਮਾਈਂਡ, ਤੁਹਾਡੀ ਬਾਡੀ, ਤੁਹਾਡੀ ਸੋਲ ਤੇ ਇੰਪੈਕਟ ਨਹੀਂ ਪਿਆ ਹੋਊਗਾ? ਸੋ ਉਸ ਬੱਚੀ ਜਾਂ ਬੱਚੀਆਂ ਬਾਰੇ ਇਹ ਸੋਚਣਾ ਕਿ ਆਪਾਂ ਉਹਨਾਂ ਦਾ ਖਿਆਲ ਕਿੱਦਾਂ ਰੱਖਣਾ, ਇਹ ਗੱਲ ਤੁਰਨੀ ਚਾਹੀਦੀ ਹੈ। ਦੂਸਰੀ ਗੱਲ ਤੁਰਨੀ ਚਾਹੀਦੀ ਹੈ ਕਿ ਜੇ ਆਪਾਂ ਉਸ ਨੂੰ ਨਹੀਂ ਅਟੈਂਡ ਕੀਤਾ ਹੁਣ ਤਾਈਂ ਜਾਂ ਹੁਣ ਨਹੀਂ ਕਰ ਰਹੇ ਤਾਂ ਉਹਦਾ ਇੰਪੈਕਟ ਕੀ ਹੈ ਨਾ, ਵੀ ਆਪਾਂ ਕਹਿੰਦੇ ਨਹੀਂ ਜੀ ਕੱਲ੍ਹ ਨਾ ਕਰੋ, ਨਹੀਂ ਗੱਲ ਕਰੋ। ਉਹ ਬੱਚੀਆਂ ਜਿੱਦਾਂ ਆਪਣੇ ਆਪ ਸਰਵਾਈਵ ਕਰ ਲੈਣਗੀਆਂ ਹੌਲੀ ਹੌਲੀ ਕਰਕੇ, ਦੇ ਵਿਲ ਸਰਵਾਈਵ। ਉਹਨਾਂ ਦੇ ਵਿੱਚੋਂ ਕੋਈ ਡਾਕਟਰ ਵੀ ਬਣ ਸਕਦੀ ਆ, ਕੋਈ ਲੋਇਰ ਵੀ ਬਣੂਗੀ, ਕੋਈ ਟੀਚਰ ਵੀ ਬਣੂਗੀ, ਕੋਈ ਕਾਉਂਸਲਰ ਵੀ ਬਣੂਗੀ, ਹੈ ਨਾ, ਕੋਈ ਸਿੰਪਲੀ ਤੁਹਾਡੇ ਬੱਚੇ ਦੀ ਬੇਬੀ ਸਿਟਰ ਵੀ ਬਣਨੀ ਹੈ। ਇਹ ਜਿਹੜੀਆਂ ਬੱਚੀਆਂ ਤੁਹਾਡੀ ਸੁਸਾਇਟੀ ਦੇ ਵਿੱਚ ਪਾਰਟਿਸਿਪੇਟ ਕਰਨਾ ਇਹਨਾਂ ਨੇ,
ਤੇ ਉਹ ਟੁੱਟੀ ਫੁੱਟੀ ਆਤਮਾ ਲੈ ਕੇ ਇਸ ਸਮਾਜ ਦਾ ਹਿੱਸਾ ਬਣ ਕੇ ਰਹਿੰਦੀ ਉਮਰ ਤੱਕ ਰਹਿਣਗੀਆਂ। ਕੀ ਉਸ ਦਾ ਇੰਪੈਕਟ ਸੁਸਾਇਟੀ ਤੇ ਨਹੀਂ ਪੈ ਰਿਹਾ? ਫਿਰ ਆਪਾਂ ਕਿਹੜੇ ਕਮਰਿਆਂ ਦੇ ਵਿੱਚ ਬੰਦ ਕਰਾਂਗੇ? ਸੋ ਜਦੋਂ ਬਹੁਤ ਸਾਲ ਦੀ ਗੱਲ ਹੈ, ਜਦੋਂ ਮੰਟੋ ਨੇ ਲਿਖੀਆਂ ਸੀਗੀਆਂ, ਮੰਟੋ ਹੋਰਾਂ ਦੀਆਂ ਸਾਰੀਆਂ ਬਹੁਤੀਆਂ ਜਿਹੜੀਆਂ ਕਹਾਣੀਆਂ ਸੀ ਉਹ ਇਸੇ ਗੱਲ ਤੇ ਲਿਖੀਆਂ ਹੁੰਦੀਆਂ ਸੀ, ਤੇ ਉਹਨਾਂ ਦੇ ਵੱਡਾ ਜਲੂਸ ਕੱਢ ਕੇ ਵੀ ਕਿੱਡੀ ਮਾੜੀ ਗੱਲ ਹੈ ਉਹਨਾਂ ਤੇ ਕਿਹਾ ਗਿਆ, ਕਿੰਨੇ ਉਹਨਾਂ ਤੇ ਮੁਕੱਦਮੇ ਚਲਾਏ, ਪੜ੍ਹੇ ਲਿਖੇ ਲੋਕਾਂ ਨੇ ਮੁਕੱਦਮੇ ਚਲਾਏ। ਤੇ ਉਹਨਾਂ ਦਾ ਇੱਕ ਜਵਾਬ ਸੀ ਜਿਹੜਾ ਮੈਂ ਚਾਹੁੰਦੀ ਹਾਂ ਕਿ ਆਪਣੇ ਜਿਹੜੇ ਸੁਣ ਰਹੇ ਨੇ, ਦੇਖ ਰਹੇ ਨੇ, ਉਹ ਕਹਿੰਦੇ ਮੈਂ ਕ੍ਰੀਏਟ ਨਹੀਂ ਕਰ ਰਿਹਾ ਹੈ, ਮੈਂ ਸਿਰਫ ਜੋ ਹੈ, ਜੋ ਤੁਸੀਂ ਸਾਰਿਆਂ ਨੇ ਕ੍ਰੀਏਟ ਕੀਤਾ ਹੋਇਆ ਸਮਾਜ ਹੈ, ਮੈਂ ਸਿਰਫ ਤੁਹਾਨੂੰ ਉਹ ਦਿਖਾ ਰਿਹਾ। ਸੋ ਮੀਡੀਆ ਦਾ ਉਸ ਨੂੰ ਹਾਈਲਾਈਟ ਕਰਨਾ ਨੈਗੇਟਿਵਲੀ ਜਿਹੜਾ ਹੈ ਉਹ ਗਲਤ ਹੈ, ਪਰ ਉਸ ਚੀਜ਼ ਦਾ ਸੋਲਿਊਸ਼ਨ ਲੱਭਣਾ ਤੇ ਆਪਣੀ ਜ਼ਿੰਮੇਵਾਰੀ, ਮੇਰੀ ਜ਼ਿੰਮੇਵਾਰੀ ਕੀ ਹੈ ਉਸ ਦੇ ਵਿੱਚ, ਉਹ ਦੇਖਣਾ ਜ਼ਰੂਰੀ ਹੈ। ਪਰ ਇਹਦੇ 'ਚ ਫਿਰ ਅਸੀਂ ਇਸ ਗੱਲ ਨੂੰ ਮੰਨ ਨਹੀਂ ਰਹੇ। ਜੇ ਅਸੀਂ ਮੰਨ ਲਓ ਇਹ ਸੋਚਣਾ ਸ਼ੁਰੂ ਕਰ ਦਿੱਤਾ ਵੀ ਉਹ ਬੱਚੀ ਜਿਹੜੀ ਆ ਠੀਕ ਆ, ਉਹਦੇ ਬਾਰੇ ਸੋਚਣਾ ਚਾਹੀਦਾ, ਜੋ ਕੁਛ ਜਿਹੜੇ ਵੀ ਕੁਛ ਵੀ ਜੋ ਲੰਘ ਰਹੀ ਆ, ਫਿਰ ਤਾਂ ਅਸੀਂ ਇਹ ਮੰਨ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਸਾਰਾ ਕੁਛ ਹੈਗਾ ਆ, ਤੇ ਜੇ ਸਾਡਾ ਓਪਨਲੀ ਇਹ ਮੰਨਣਾ, ਫਿਰ ਉਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਕੇ ਬਦਨਾਮ ਕਰਨਾ ਨਹੀਂ। ਤੁਸੀਂ ਮੰਨੋ ਜਾਂ ਨਾ ਮੰਨੋ, ਕੋਈ ਮੰਨੇ ਜਾਂ ਨਾ ਮੰਨੇ, ਪਰ ਇਹ ਹੋ ਤਾਂ ਰਿਹਾ ਨਾ। ਜਿਹੜੇ ਬੰਦੇ ਜਾਂਦੇ ਆ ਤੇ ਉਹਨਾਂ ਨੂੰ ਪਤਾ ਹੈ ਆਲਰੇਡੀ, ਜੇ ਤੁਸੀਂ ਕਿਤੇ ਨਾ ਕਿਤੇ ਕੋਈ ਲਿਸਟ 'ਚ ਲੱਭਦੇ ਨੇ। ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਇੱਕ ਪ੍ਰੋਗਰਾਮ ਕੀਤਾ ਸੀਗਾ, ਮੈਰੀ ਪਿਸ਼ੈਟ ਨੇ ਇੱਥੇ ਸਰੋਪਟਿਮਸ ਦੇ ਵਿੱਚ, ਉਹਨਾਂ ਨੇ ਬਹੁਤ ਸਾਲਾਂ ਤੋਂ ਕੰਮ ਕਰਦੇ ਪਏ ਆ, ਤਾਂ ਉਹ ਖਾਸ ਕਰਕੇ ਜਿਹੜੀਆਂ ਬੱਚੀਆਂ ਡਰੱਗ ਆਪਣੇ ਜਿਹੜੀ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਨੇ ਉਹਨਾਂ ਦੇ ਵਿੱਚ ਇਨਵੋਲਵ ਸੀਗੀਆਂ, ਤੇ ਮੈਂ ਉਹ ਪੂਰੇ ਉਸ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਉਸ ਦੇ ਵਿੱਚੋਂ ਦੱਸਦੇ ਆ ਕਿ ਗ੍ਰੇਟ ਨੰਬਰ ਆਫ ਇੰਡੀਅਨ ਮੈਨ ਕਮ। ਮੈਂ ਹੁਣ ਜਿਹੜੀ ਗੱਲ ਹੁੰਦੀ ਵੀ ਤੁਹਾਡੇ ਸ਼ਾਇਦ ਪਰਦੇ ਵਾਲਿਆਂ ਨੂੰ ਸੁਣਨੀ ਬਹੁਤ ਔਖੀ ਲੱਗਣੀ ਹੈ, ਮੈਂ ਉਦੋਂ ਵੀ ਕੀਤੀ ਸੀ ਤੇ ਮੈਂ ਹੁਣ ਫੇਰ ਕਰਦੀ ਹਾਂ। ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਤੁਹਾਡੇ ਬੰਦੇ ਖਾਸ ਕਰਕੇ ਆਉਂਦੇ, ਉਹ ਕਹਿੰਦੇ ਅਸੀਂ ਕੰਡਮ ਯੂਜ਼ ਨਹੀਂ ਕਰਨਾ। ਇੰਡੀਅਨ ਮੈਨ ਦੀ ਖਾਸ ਕਰਕੇ ਇਹ ਨੋਨ ਪ੍ਰੈਕਟਿਸ ਹੈ ਸੋਸ਼ਲ ਸਰਵਿਸਿਜ਼ ਦੇ ਵਿੱਚ। ਜਦੋਂ ਤੁਸੀਂ ਕਿਤੇ ਜਾ ਕੇ ਬੱਚੀਆਂ ਦੇ ਨਾਲ ਜੋ ਚੰਗੇ ਮਾੜੇ ਕੰਮ ਹੋ ਰਹੇ ਆ, ਭਾਵੇਂ ਉਹ ਪੇਡ ਪ੍ਰੋਸਟੀਟਿਊਸ਼ਨ ਦੇ ਵਿੱਚ ਨੇ, ਉਹਦੇ ਵਿੱਚੋਂ ਇਹ ਗੱਲ ਆਉਂਦੀ ਹੈ। ਹੁਣ ਤੁਸੀਂ ਇਹ ਸੋਚੋ ਕਿ ਆਪਣੇ ਵੱਡੇ ਮਹਾਨ ਬੰਦੇ, ਪਹਿਲੀ ਗੱਲ ਨਾ ਤਾਂ ਸਿਰਫ ਉਹ ਬੱਚੀ ਨੂੰ ਜਿਹੜੀ ਹੈ ਉਸਨੂੰ ਪਤਾ ਨਹੀਂ ਕਿੰਨੀਆਂ ਡਿਜ਼ੀਜ਼ਸ ਦੇ ਕੇ ਜਾ ਰਹੇ ਹੈ, ਤੇ ਪਤਾ ਨਹੀਂ ਉਸ ਬੱਚੀ ਤੋਂ ਡਿਜ਼ੀਜ਼ਸ ਲੈ ਕੇ ਆਪਣੇ ਘਰੇ ਲੈ ਕੇ ਜਾ ਰਹੇ। ਤੇ ਜੇ ਆਪਾਂ ਗੱਲ ਨਹੀਂ ਕਰਾਂਗੇ ਇਸ ਗੱਲ ਬਾਰੇ, ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਹਟ ਜਾਣੀ ਚੀਜ਼? ਪਹਿਲਾਂ ਹਟ ਗਈ ਜਾਂ ਅੱਗੇ ਹਟ ਜਾਣੀ? ਸੋ ਗੱਲ ਇਹਦੀ ਹੋਣੀ ਚਾਹੀਦੀ ਹੈ ਤੇ ਬੜੇ ਬਲੰਟਲੀ ਹੋਣੀ ਚਾਹੀਦੀ ਹੈ ਕਿ ਆਪਣਾ ਹਿੱਸਾ ਜਿਹੜਾ ਇਸ ਕੰਟਰੀਬਿਊਸ਼ਨ ਦੇ ਵਿੱਚ ਹੈ, ਇਸ ਸਮਾਜ ਨੂੰ ਕ੍ਰੀਏਟ ਕਰਨ ਦੇ ਵਿੱਚ ਹੈ। ਉਹਦੇ ਵਿੱਚ ਇੱਕ ਸਵਾਲ ਪੁੱਛਦੇ ਆ ਮੈਰੀ ਪਿਸ਼ੈਟ, ਕਹਿੰਦੇ ਵੀ ਹਰ ਇੱਕ ਔਰਤ ਨੂੰ ਆਪਣੇ ਭਰਾ, ਆਪਣੇ ਪਿਓ, ਆਪਣੇ ਖਾਵੰਦ ਨੂੰ ਸਵਾਲ ਕਰਨਾ ਚਾਹੀਦਾ। ਕੀ ਸਵਾਲ ਕਰਨਾ ਚਾਹੀਦਾ ਕਿ ਕੀ ਤੂੰ ਕਦੇ ਪੇ ਕੀਤਾ ਸੈਕਸ ਦੇ ਲਈ? ਇਹ ਸਵਾਲ ਹਰ ਬੱਚੀ ਨੂੰ, ਹਰ ਔਰਤ ਨੂੰ ਕਰਨਾ ਚਾਹੀਦਾ। ਐਡਾ ਵੱਡਾ ਸਵਾਲ ਹੈ, ਤੇ ਜੇ ਇਹੀ ਸਵਾਲ ਮੈਂ ਤੁਹਾਨੂੰ ਸਾਰਿਆਂ ਨੂੰ ਕਰ ਰਹੀ ਹਾਂ, ਤਾਂ ਕਿੰਨੇ ਕੁ ਜਵਾਬ ਦੇਣ ਵਾਲੇ ਨੇ ਜਿਹੜੇ ਕਹਿਣਗੇ ਨਹੀਂ ਜੀ ਅਸੀਂ ਨਹੀਂ ਕੀਤਾ। ਜੇ ਤੁਹਾਡਾ ਜਵਾਬ ਇਹ ਹੈ ਕਿ ਹਾਂ ਮੈਂ ਪੇ ਕੀਤਾ, ਤਾਂ ਫਿਰ ਰੌਲਾ ਉਸ ਬੱਚੀ ਦੇ ਵਿੱਚ ਨਹੀਂ, ਉਸ ਕਮਰੇ ਦੇ ਵਿੱਚ ਨਹੀਂ ਜਿੱਥੇ ਤੁਸੀਂ ਤੂੜ ਕੇ ਬਾਕੀ ਚੀਜ਼ਾਂ ਦੇ ਵਿੱਚ ਉਸ ਕੁੜੀ ਨੂੰ ਗੰਦਮੰਦ ਦੇ ਵਿੱਚ ਜਿਹੜੀਆਂ ਆਪਣੀਆਂ ਸੋਚਾਂ, ਉਸ ਦੇ ਵਿੱਚ ਉਹ ਕੁੜੀਆਂ ਨੂੰ ਵੀ ਧੱਕਿਆ ਹੋਇਆ ਗੰਦਮੰਦ ਬਣਾ ਕੇ। ਕੂੜਾ ਆਪਣੇ ਸਾਰਿਆਂ ਦੇ ਅੰਦਰ ਹੈ, ਤੇ ਉਸ ਕੂੜੇ ਨੂੰ ਪੋਜ਼ਿਟਿਵਲੀ ਹੋ ਕੇ ਵੀ ਐਡਰੈਸ ਕਰ ਲੈਣਾ ਚਾਹੀਦਾ ਵੀ ਜੋ ਹੋ ਗਿਆ ਹੋ ਗਿਆ, ਆਈ ਨੀਡ ਟੂ ਲੁੱਕ ਫੋਰਵਰਡ, ਤੇ ਮੈਂ ਅੱਗੇ ਇਹ ਕੰਮ ਨਾ ਕਰਾਂ। ਜਦੋਂ ਤੱਕ ਆਪਾਂ ਇਸ ਚੀਜ਼ ਨੂੰ ਖੁੱਲ੍ਹ ਕੇ ਮੰਨਦੇ ਨਹੀਂ, ਇਸ ਗੱਲ ਨੂੰ ਪੋਜ਼ਿਟਿਵਲੀ ਤੁਸੀਂ ਡਿਸਕਸ ਨਹੀਂ ਕਰ ਸਕਦੇ, ਤਾਂ ਤੁਸੀਂ ਕਿਸ ਤਰ੍ਹਾਂ ਤੁਸੀਂ ਸਮਾਜ ਨੂੰ ਅੱਗੇ ਤੋਰੋਗੇ? ਇਹ ਤਾਂ ਇਸ ਤਰ੍ਹਾਂ ਹੀ ਤੁਰਿਆ ਜਾਣਾ, ਗੰਦ ਦਾ ਟੋਕਰਾ ਉਹ ਨਾਲ ਚੱਕ ਕੇ ਇਸ ਘਰ 'ਚੋਂ ਉੱਥੋਂ ਚਲੇ ਗਏ, ਇੰਡੀਆ ਤੋਂ ਇੱਥੋਂ ਆ ਗਏ, ਇੱਥੋਂ ਤੁਸੀਂ ਕਿਤੇ ਜਾਣਾ, ਭਾਵੇਂ ਤੁਸੀਂ ਵੱਡੇ ਮਹਿਲਾਂ 'ਚ ਚਲੇ ਜਾਓ, ਉਹ ਗੰਦ ਦਾ ਟੋਕਰਾ ਤਾਂ ਨਾਲ ਚੱਕੀ ਫਿਰਦੇ ਹੋ ਤੁਸੀਂ, ਭਾਵੇਂ ਸਿਰ 'ਤੇ ਨਹੀਂ, ਮਾੜੇ ਪਿੱਛੇ ਲੁਕੋ ਲੈਂਦੇ ਹੋ, ਪਰ ਉਹ ਗੰਦ ਦਾ ਟੋਕਰਾ ਤੁਸੀਂ ਆਪ ਲਈ ਫਿਰਦੇ ਹੋ, ਤੇ ਉਹਦਾ ਇੰਪੈਕਟ ਤੁਹਾਡੇ ਬੱਚਿਆਂ 'ਤੇ ਵੀ ਪਏਗਾ। ਇਹਦਾ ਮੇਰਾ ਫਿਰ ਸਵਾਲ ਉੱਥੇ ਹੀ ਆ, ਇਹਨੂੰ ਅਸੀਂ ਮਤਲਬ ਇਹਨੂੰ ਹੁਣ ਕੀ ਜਨਰਲਾਈਜ਼ ਕਰਾਂਗੇ, ਜਾਂ ਸਾਡੇ ਸਮਾਜ ਦੇ ਵਿੱਚ ਹਜ਼ਾਰ ਸਮੱਸਿਆ ਪਈ ਆ, ਕਿੰਨੇ ਇਸ਼ੂਜ਼ ਹੈਗੇ ਆ। ਇੱਕ ਗੱਲ ਇਹ ਆ ਕਿ ਇਹ ਬਹੁਤ ਛੋਟੀ ਚੀਜ਼ ਆ, ਇੱਕ ਸਮਾਜ ਦਾ ਬਹੁਤ ਘੱਟ ਗਿਣਤੀ ਵਾਲੇ ਲੋਕ ਇਹਦੇ 'ਚ ਇਨਵੋਲਵ ਹੈਗੇ ਜਾਂ ਹੋ ਸਕਦੇ ਆ। ਇੰਨੇ ਕੁ ਇੰਡੀਆ 'ਚ ਵੀ ਸੀਗੇ, ਇੰਨੇ ਇੱਥੇ ਦੀਆਂ ਕਮਿਊਨਿਟੀਜ਼ ਵੀ ਹੋਣਗੇ। ਉਹ ਇਹ ਠੀਕ ਆ ਉਹਨਾਂ ਬਾਰੇ ਗੱਲ ਕਰਨੀ, ਜਾਂ ਉਹਦੇ ਤੋਂ ਪਹਿਲਾਂ ਦੀਆਂ ਸਮੱਸਿਆਵਾਂ ਹੈਗੀਆਂ, ਜਾਂ ਇਹਦੇ ਨਾਲ ਕਿਤੇ ਅਸੀਂ ਇੱਦਾਂ ਤਾਂ ਨਹੀਂ ਵੀ ਨੈਗੇਟਿਵਿਟੀ ਫੈਲਾ ਰਹੇ ਹਾਂ। ਸਾਨੂੰ ਲੱਗਦਾ ਸਾਰੇ ਸਮਾਜ ਦੇ ਵਿੱਚੋਂ ਇੱਕ ਇਨਸੀਡੈਂਟ ਨੂੰ ਜਨਰਲਾਈਜ਼ ਕਰਕੇ ਅਸੀਂ ਪੇਸ਼ ਕਰ ਰਹੇ ਹਾਂ। ਇੱਕ ਇਨਸੀਡੈਂਟ ਸਾਹਮਣੇ ਆਇਆ, ਠੀਕ ਹੈ, ਇੱਕ ਇਨਸੀਡੈਂਟ ਸਾਹਮਣੇ ਆਇਆ, ਇਹ ਨਹੀਂ ਹੈ ਕਿ ਇੱਕੋ ਇਨਸੀਡੈਂਸ ਹੈ। ਇਸੇ ਚੀਜ਼ ਤੇ ਫੋਕਸ ਕਰ ਲੈਣਾ ਮਾੜੀ ਗੱਲ ਹੈ। ਇਹ ਕਿਉਂ ਹੋਇਆ ਤੇ ਇਸ ਨੂੰ ਕਿਸ ਤਰ੍ਹਾਂ ਬਿਹਤਰ ਕਰਨਾ, ਉਸ ਦੀ ਡਿਸਕਸ਼ਨ ਬਹੁਤ ਸੀਰੀਅਸ ਕਮਿਟਡ ਹੋ ਕੇ
ਕਰਨੀ ਚਾਹੀਦੀ ਹੈ। ਜਿਹੜੀ ਬੱਚੀ 16 ਸਾਲ ਦੀ, ਤੁਸੀਂ ਮੈਂ ਇੱਕ ਤਾਂ ਦੱਸਦੇ ਹਾਂ ਵੀ ਕਿਉਂ ਕਰਨੀ ਚਾਹੀਦੀ ਹੈ। ਇਹ ਮਰਦ ਪ੍ਰਧਾਨ ਸਮਾਜ ਡਿਸਾਈਡ ਕਰਦਾ ਕਿਸ ਚੀਜ਼ ਤੇ ਔਰਤ ਨੂੰ ਸ਼ਰਮ ਆਉਣੀ ਚਾਹੀਦੀ ਹੈ, ਕਿਸ ਚੀਜ਼ ਤੇ ਨਹੀਂ ਆਉਣੀ ਚਾਹੀਦੀ। ਜਿਹੜੀਆਂ ਬੱਚੀਆਂ ਇੱਥੇ ਸਟੂਡੈਂਟ ਬਣ ਕੇ ਵੀ ਆ ਰਹੀਆਂ, ਜਾਂ ਤੁਸੀਂ ਉੱਥੇ ਜ਼ਮੀਨ ਵੇਚ ਕੇ ਕੋਈ ਜੇ ਬੱਚੀ ਇੱਥੇ ਆ ਰਹੀ ਹੈ ਜਾਂ ਲੋਨ ਲੈ ਕੇ, ਉਹ ਪਿਓ ਦੀ ਅਪਰੂਵਲ ਤੋਂ ਬਿਨਾਂ ਨਹੀਂ ਆ ਰਹੀ, ਉਹ ਪਿਓ ਦੇ ਕਹੇ ਤੇ ਹੀ ਆ ਰਹੀ ਹੈ। ਮੋਸਟ ਆਫ ਦ ਲਾਈਕ ਬਹੁਤ ਘੱਟ ਹੋਊਗਾ ਕਿ ਔਰਤ, ਕੋਈ ਸਿੰਗਲ ਔਰਤ ਉਹਨੇ ਪੈਸੇ ਇਕੱਠੇ ਕਰਕੇ ਆਪਣੀ ਬੱਚੀ ਇੱਥੇ ਭੇਜਤੀ, ਪਰ ਮੋਰ ਦੈਨ ਲਾਈਕਲੀ ਮਰਦ ਨੇ ਡਿਸਾਈਡ ਕੀਤਾ। ਫਿਰ ਉਹ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਉੱਥੇ ਗੱਲ ਕਰਕੇ ਆਏ ਨਾ, ਉਹ ਵੀ ਬੰਦਾ ਸੀ ਜਿਸਨੇ ਗਾਈਡੈਂਸ ਕੀਤੀ ਵੀ ਤੁਸੀਂ ਇੰਨੇ ਪੈਸੇ ਦੇ ਦਿਓ, ਬਾਕੀ ਕੁੜੀ ਉੱਥੇ ਜਾ ਕੇ ਕਮਾ ਲੂਗੀ। ਇੱਥੇ ਜਦੋਂ ਆਉਂਦੀ ਹੈ ਤਾਂ ਜਿਸ ਘਰ ਦੇ ਵਿੱਚ ਰਹਿ ਰਹੀ ਹੈ, ਜਿਸ ਦੇ ਘਰ ਦੇ ਵਿੱਚ ਸ਼ਾਇਦ ਉਸ ਘਰ ਦੇ ਵਿੱਚ ਹੀ ਮੋਲੈਸਟੇਸ਼ਨ ਉਹਦੇ ਪਰਿਵਾਰ ਨੇ ਜਾਂ ਫਰੈਂਡਸ ਨੇ ਕੀਤੀ ਹੋਵੇ, ਉਹ ਵੀ ਬੰਦਾ ਓਨ ਕਰ ਰਿਹਾ। ਜਿਹੜੇ ਇੱਥੇ ਕੋਈ ਕੰਸਲਟੈਂਟ ਹੈ ਉਹ ਵੀ ਬੰਦਾ ਹੈ, ਜਿਸ ਤੋਂ ਘਰ ਲੈ ਰਹੇ ਆ ਉਹ ਵੀ ਬੰਦਾ, ਜਿਸ ਤੋਂ ਇੰਪਲੋਇਮੈਂਟ ਲੈ ਰਹੀ ਹੈ ਉਹ ਵੀ ਬੰਦਾ। ਤੇ ਇਹ ਸਾਰੇ ਡਿਸੀਜਨ ਜਿਹੜਾ ਸਾਰਾ ਮਾਹੌਲ ਕ੍ਰੀਏਟ ਕੀਤਾ ਹੋਇਆ, ਇਹ ਬੰਦਿਆਂ ਨੇ ਕੀਤਾ, ਤੇ ਵਿਕਟਮ ਜਿਹੜੀ ਹੈ ਇੱਕ ਔਰਤ ਹੈ। ਜ਼ਿਆਦਾ ਬੰਦਿਆਂ ਨਾਲ ਵੀ ਹੁੰਦਾ, ਪਰ ਇਹ ਔਰ ਫਿਰ ਬੰਦੇ ਡਿਸਾਈਡ ਕਰਦੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਨ੍ਹਾਂ ਨੇ ਕਰ ਰਹੇ ਆ, ਸਦੀਆਂ ਤੋਂ ਕਰ ਰਹੇ ਆ, ਉਹਨਾਂ ਨੂੰ ਸ਼ਰਮ ਹਜੇ ਤਾਂ ਹੀ ਨਹੀਂ ਆਈ, ਅੱਗੇ ਵੀ ਨਹੀਂ ਆਉਣੀ। ਉਸ ਦੀ ਸ਼ਰਮ ਦੀ ਗੱਲ ਨਹੀਂ ਹੁੰਦੀ। ਜੇ ਕਿਤੇ ਔਰਤ ਦੀ ਗੱਲ ਇਸ ਤਰ੍ਹਾਂ ਆ ਜਾਂਦਾ ਤਾਂ ਹੁਣ ਜੇ ਉਸ ਔਰਤ ਦਾ ਕਿਤੇ ਫੇਸ ਆ ਜਾਂਦਾ, ਉਸ ਬੱਚੀ ਦੀ ਜ਼ਿੰਦਗੀ, ਉਸ ਪਰਿਵਾਰ ਦੀ ਜ਼ਿੰਦਗੀ, ਇਹਨਾਂ ਲੋਕਾਂ ਨੇ, ਜਿਹੜੇ ਲੋਕ ਹਜੇ ਆਪਣੇ ਆਪ ਨਾਲ ਜਾਗਰੂਕ ਨਹੀਂ ਹੋਏ, ਉਹਦੀ ਬੱਤਰ ਕਰ ਦੇਣਗੇ। ਉਹ ਭਾਵੇਂ ਉਹ ਆਪ ਹੀ ਹੋਣ ਜਿਹੜੇ ਉਸ ਨਾਲ ਗੱਲਾਂ ਬਾਤਾਂ ਕਰਕੇ ਉਸ ਤੋਂ ਬਾਅਦ $100 ਲੈ ਕੇ ਤੁਰੇ ਪਏ ਹੋਣਗੇ ਬਾਅਦ 'ਚੋਂ, ਇਹ ਉਹੀ ਲੋਕ ਨੇ। ਸੋ ਮੈਨੂੰ ਲੱਗਦਾ ਕਿ ਨਹੀਂ, ਇਸ ਨੂੰ ਡਿਸਕਸ ਕਰਨਾ ਚਾਹੀਦਾ, ਇਸ ਨੂੰ ਪੂਰੀ ਡਰਿਲ ਡਾਊਨ ਕਰਕੇ ਕਰਨਾ ਚਾਹੀਦਾ, ਤਾਂ ਕਿ ਆਪਣੀ ਆਤਮਾ ਤੱਕ, ਅੰਦਰ ਤੱਕ ਜਾ ਕੇ ਡਿਸਕਸ ਕਰਨਾ ਚਾਹੀਦਾ ਕਿ ਮੇਰਾ ਇਸ ਦੇ ਵਿੱਚ ਕੀ ਰੋਲ ਹੈ। ਜੇ ਮੈਂ ਐਕਟਿਵਲੀ ਕੋਈ ਪਾਰਟਿਸਿਪੇਸ਼ਨ ਨਹੀਂ ਕੀਤੀ, ਪਰ ਹੁਣ ਮੈਨੂੰ ਪਤਾ ਕੋਈ ਪ੍ਰੋਬਲਮ ਹੈ, ਮੈਂ ਉਸ ਨੂੰ ਠੀਕ ਕਰਨ ਦੇ ਲਈ ਕੀ ਗੱਲ ਕਰ ਰਿਹਾ, ਜਾਂ ਤਾਂ ਮੈਂ ਹੱਸ ਰਿਹਾ ਕੋਲੇ ਬੈਠ ਕੇ ਦੂਜੀਆਂ, ਜਾਂ ਮੈਂ ਮਾਵਾਂ ਨੂੰ ਕਹਿ ਰਹੀ ਹਾਏ ਹਾਏ ਤੂੰ ਆਪਣੀ ਕੁੜੀ ਭੇਜਤੀ, ਉਹਨਾਂ ਨੇ ਕੁੜੀਆਂ, ਲਾਈਕ ਆਹ ਜਿਹੜੀ ਨੈਗੇਟਿਵ ਭਾਵੇਂ ਬੰਦੇ ਕਰ ਰਹੇ, ਔਰਤਾਂ ਕਰ ਰਹੀਆਂ, ਇਸ ਤਰ੍ਹਾਂ ਦੀ ਗੱਲ ਨਹੀਂ। ਪਰ ਮੈਨੂੰ ਲੱਗਦਾ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਪਾਂ ਜਦੋਂ ਵੀ ਕੋਈ ਕਿਸੇ ਦੇ ਨਾਲ ਵੀ ਮਾੜਾ ਹੋ ਰਿਹਾ, ਕਿਸੇ ਵੀ ਪਰਸਪੈਕਟਿਵ ਤੇ ਹੋ ਰਿਹਾ, ਜਦੋਂ ਡਰੱਗ ਦੀ ਹੋਈ, ਜਦੋਂ ਇੱਥੇ ਡਰੱਗ ਦੀ ਬੱਚਿਆਂ ਦੇ ਇੱਥੇ ਮੁੰਡੇ ਜ਼ਿਆਦਾ ਇਨਵੋਲਵ ਨੇ, ਤੇ ਉਦੋਂ ਆਪਾਂ ਗੱਲ ਨਹੀਂ ਕੀਤੀ। ਫੋਰਮ ਕੀਤੇ, ਕਿੰਨਾ ਕੁਛ ਨਹੀਂ ਕੀਤਾ। ਉਦੋਂ ਤਾਂ ਕਿਹਾ ਨਹੀਂ ਕਿਸੇ ਨੇ ਵੀ ਸ਼ਰਮ ਆਉਂਦੀ ਹੈ ਕਿ ਨਹੀਂ ਆਉਂਦੀ। ਮੈਂ ਆਪ ਫੋਰਮ ਕਰਵਾਏ ਇੱਥੇ, ਰਾਈਟ, ਮੇਰੀ ਆਪ ਦੀ ਸੀ, ਮੈਨੂੰ ਕਹਿੰਦੇ ਹਾਂ ਮੀਰਾ ਬੇਇੱਜ਼ਤੀ ਕਰਦੀ ਹੈ। ਨਹੀਂ, ਕਿਉਂਕਿ ਆਪਾਂ ਨੂੰ ਪਤਾ ਕਿ ਜਦੋਂ ਆਪਾਂ ਢੱਕ ਕੇ ਰੱਖਣਾ ਜ਼ਖਮ ਨੂੰ, ਉਹਨੇ ਨਹੀਂ ਹੀਲ ਹੋਣਾ। ਤੁਹਾਨੂੰ ਉਹਨੂੰ ਓਪਨ ਕਰਕੇ ਉਹਨੂੰ ਐਡਰੈਸ ਕਰਨਾ ਪੈਣਾ। ਹਾਂ, ਜਦੋਂ ਹੋਲ ਹੋ ਗਿਆ ਦੈਨ ਯੂ ਗੋ ਔਨ ਐਂਡ ਅਦਰ ਥਿੰਗਸ, ਤੁਸੀਂ ਕਿਸੇ ਹੋਰ ਚੀਜ਼ ਨੂੰ ਤੁਸੀਂ ਐਡਰੈਸ ਕਰੋ, ਪਰ ਇਸ ਨੂੰ ਤੁਸੀਂ ਨੈਗਲੈਕਟ ਨਹੀਂ ਕਰ ਸਕਦੇ। ਗੱਲ ਕਰਨੀ ਗਲਤ ਨਹੀਂ ਹੈ, ਤੁਸੀਂ ਉਸ ਪਰਸਪੈਕਟਿਵ ਨੂੰ ਕਿਸ ਤਰ੍ਹਾਂ ਗੱਲ ਕਰ ਰਹੇ ਹੋ ਉਹ ਗਲਤ ਹੈ। ਬੱਚੀਆਂ ਨੂੰ 100 ਸਾਲ ਤੋਂ ਮੈਨੂੰ ਲੱਗਦਾ ਜੀ ਲੰਮਾ ਸਮਾਂ ਹੋ ਗਿਆ ਪੰਜਾਬੀਆਂ ਨੂੰ ਬਾਹਰ ਆਉਂਦਿਆਂ ਨੂੰ, ਪਰਦੇਸਾਂ 'ਚ ਆਉਣ ਨੂੰ। ਔਰਤ ਅੱਜ 100-1.25 ਸਾਲ ਬਾਅਦ ਬੱਚੀਆਂ ਮਾਂ ਪਿਓ ਨੇ ਬਾਹਰ ਭੇਜੀਆਂ ਪੜ੍ਹਾਈ ਦੇ ਲਈ, ਕਮਾਈ ਦੇ ਲਈ। 100 ਸਾਲ ਤਾਂ ਮੰਨਦੇ ਨਾ ਸਾਰੇ ਜਣੇ ਇੱਥੇ। ਅੱਜ ਤੁਸੀਂ ਇੱਕ ਇਸ਼ੂ ਕਰਕੇ ਕਿਸੇ ਇੱਕ ਬੱਚੀ ਦਾ ਵੀ ਜਿਉਣਾ ਤੁਸੀਂ ਜੇ ਔਖਾ ਕਰਦੇ ਨੇ, ਉਸ ਦੀ ਫਾਈਨੈਂਸ਼ੀਅਲ ਓਪਰਚੁਨਿਟੀ ਔਰ ਐਬਿਲਿਟੀ ਟੂ ਹੈਵ ਅ ਬੈਟਰ ਲਾਈਫ ਤੁਸੀਂ ਇੰਪੈਕਟ ਕਰ ਰਹੇ ਹੋ, ਤਾਂ ਤੁਸੀਂ 100 ਸਾਲ ਦੀ ਕਮਾਈ ਜਿਹੜੀ ਔਰਤਾਂ ਤੇ ਮਰਦਾਂ ਨੇ ਇਕੱਠਿਆਂ ਨੇ ਕਰਕੇ ਫਾਈਟ ਕਰਕੇ ਤੁਸੀਂ ਸੁਸਾਇਟੀ ਨੂੰ ਇੱਥੋਂ ਤੱਕ ਲੈ ਕੇ ਆਉਂਦਾ। ਤੁਸੀਂ ਪੰਜਾਬੀ, ਕਿਤੇ ਤਾਂ ਦੁਨੀਆ ਅੱਗੇ ਜਾਣ ਨੂੰ ਫਿਰਦੀ ਹੈ, ਤੁਸੀਂ ਪਿੱਛੇ ਜਾਣਾ। ਸੋ ਨੋ, ਯੂ ਨੀਡ ਟੂ ਐਡਰੈਸ ਇਟ, ਬਟ ਯੂ ਨੀਡ ਟੂ ਐਡਰੈਸ ਇਟ ਇਨ ਅ ਪੋਜ਼ਿਟਿਵ ਵੇ, ਤਾਂ ਕਿ ਕਿਸੇ ਵੀ ਬੱਚੀ ਦੇ ਰਾਹ ਦੇ ਵਿੱਚ ਰੋੜਾ ਨਾ ਬਣੇ। ਜੇ ਉਹਨੂੰ ਇੱਥੇ ਇਮੀਗ੍ਰੇਸ਼ਨ ਮਿਲਦੀ ਹੈ, ਉਹ ਆ ਰਹੀ ਹੈ, ਉਹਨੂੰ ਆ ਕੇ ਸਪੋਰਟ ਕਰੋ, ਉਹਦੇ ਤੇ ਪ੍ਰੋਗਰਾਮਸ ਉਹਨਾਂ ਨੂੰ ਪ੍ਰੋਵਾਈਡ ਕਰੋ ਜਿੱਥੇ ਉਹ ਬੈਟਰ ਸਪੋਰਟਡ ਤੇ ਇਨਫੋਰਮਡ ਨੇ। ਜਿਹੜਾ ਵੀ ਇੱਥੇ ਵੀ ਸਾਰੇ ਮਰਦਾਂ ਦੇ ਨਾਲ ਹੀ ਵਾਹ ਪੈਂਦਾ, ਜਾਂ ਸਾਰੇ ਬੰਦੇ ਹੀ ਉਹੀ ਹਰ ਇੱਕ ਜਗ੍ਹਾ ਦੇ ਉੱਤੇ ਹੈਗੇ, ਜਾਂ ਮਰਦ ਪ੍ਰਧਾਨ ਜਿਹੜਾ ਸਮਾਜ ਹੈਗਾ। ਹੁਣ ਅਸੀਂ ਦੁਨੀਆ ਦੇ ਇੱਕ ਬਿਹਤਰ ਮੁਲਕ ਦੇ ਵਿੱਚ ਰਹਿ ਰਹੇ ਹਾਂ, ਜੇ ਇਹ ਇੱਥੇ ਨਹੀਂ ਆ, ਜੇ ਤੁਹਾਨੂੰ ਲੱਗਦਾ ਵੀ ਬਰਾਬਰੀ ਨਹੀਂ ਆ ਔਰਤ ਮਰਦ ਦੀ, ਜਿਹਦੇ ਵਿੱਚ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਡਿਸਾਈਡ ਕਰਨ ਵਾਲਾ ਉਹ ਮਰਦ ਆ, ਕੀ ਕਰਨਾ ਔਰਤ ਨੇ, ਕਿਹਦੇ ਤੇ ਸ਼ਰਮ ਕਰਨੀ, ਕਿਹੜੀ ਗੱਲ ਕਰਨੀ, ਕਿਹੜੀ ਨਹੀਂ ਕਰਨੀ, ਤਾਂ ਫਿਰ ਇਹ ਦੁਨੀਆ ਦੇ ਕਿਹੜੇ ਹਿੱਸੇ 'ਚ ਹੋ ਸਕਦੀ, ਜਾਂ ਕਿਤੇ ਸਵਰਗ 'ਚ ਹੋ ਸਕਦੀ? ਦੇਖੋ, ਇੱਦਾਂ ਫਰਕ ਤਾਂ ਇੱਥੇ ਵੀ ਹੈ, ਇਹ ਨਹੀਂ। ਮੈਂ ਤੁਹਾਨੂੰ ਜਿਸ ਤਰ੍ਹਾਂ ਆਪਾਂ ਇੱਕ ਵਾਰੀ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ, ਕੈਨੇਡਾ ਦੇ ਵਿੱਚ ਵੀ ਬਹੁਤ ਡਰਾਮੇ ਹੋਏ ਆ ਆਪਣੇ। ਤੁਸੀਂ ਸੋਚੋ ਵੀ ਔਰਤ ਨੂੰ ਤਕਰੀਬਨ 1920 ਦੇ ਨੇੜੇ ਤੇੜੇ ਉਹਨੂੰ ਇੱਕ ਇਨਸਾਨ ਮੰਨਿਆ ਗਿਆ, ਪਰਸਨ ਮੰਨਿਆ ਬਾਈ ਲਾਅ ਦੇ ਵਿੱਚ, ਹੈ ਨਾ। 50ਵਿਆਂ 'ਚ ਜਾ ਕੇ ਉਹਨੂੰ ਵੋਟ ਪਾਉਣ ਦੀ ਹੱਕ ਮਿਲੀ ਹੈ, ਅਤੇ ਮੈਨੂੰ ਲੱਗਦਾ 1960 ਦੇ ਨੇੜੇ ਤੇੜੇ ਜਦੋਂ ਅਮਰੀਕਾ ਦੇ ਵਿੱਚ ਵੀ ਸਾਰੀਆਂ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ। ਸੋ ਤਕਰੀਬਨ ਆਪਣੇ 40-50 ਸਾਲ ਹੋਏ ਜਦੋਂ ਔਰਤ ਨੂੰ ਪਤਾ ਵੀ ਮੈਂ ਵੋਟ ਪਾ ਸਕਦੀ ਹਾਂ। ਵੋਟ ਨੂੰ ਪਾਉਣ ਦੀ ਤਾਂ ਉਸ ਦਾ ਇੰਪੈਕਟ ਕੀ ਹੈ, ਮੈਂ ਕਿਸ ਇਨਸਾਨ ਨੂੰ ਚੁਣਨਾ ਜਿਹੜਾ ਮੇਰੇ ਲਈ ਬਿਹਤਰ ਪਾਲਿਸੀਜ਼ ਬਣਾ ਸਕੇ, ਰਾਈਟ। ਉਹ ਤਾਂ ਹਜੇ ਬਹੁਤ ਨਵਾਂ ਆ,
ਬਹੁਤ ਨਵਾਂ ਕਨਸੈਪਟ ਹੋਇਆ ਤੇ ਉਸ ਨੂੰ ਆਪਣੇ ਭਾਵੇਂ ਕੈਨੇਡਾ, ਮੈਂ ਤੁਹਾਨੂੰ ਕੈਨੇਡਾ ਦੀ ਗੱਲ ਦੱਸ ਰਹੀ ਹਾਂ, ਇਹ ਵੀ ਇੱਥੇ ਜਿਹੜੀ ਵੋਟਿੰਗ ਹੈਗੀ ਆ, ਵੋਟਿੰਗ ਰਾਈਟ ਇਨ 1950s ਦੇ ਵਿੱਚ ਜਿਹੜਾ ਮਿਲਿਆ, ਪਰ ਉਹਦੇ ਵਿੱਚ ਵੀ ਅੱਜ ਕੋਈ ਜਿਹੜਾ ਤੁਸੀਂ ਬ੍ਰੌਡਕਾਸਟ ਕਰਦੇ ਹੋ ਜਾਂ ਜਰਨਲਿਸਟ ਬੈਠੇ, ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਜਾ ਕੇ ਜਾਓ, ਔਰਤਾਂ ਨੂੰ ਕਿਤੇ ਨੂੰ ਪੁੱਛ ਕੇ ਆਓ, ਸਰਵੇ ਕਰੋ ਵੀ ਕਿੰਨੀਆਂ ਔਰਤਾਂ ਨੂੰ ਪਤਾ ਇੱਥੇ ਵੀ ਵੋਟ ਕਿਹਨੂੰ ਕਰਨੀ ਆ, ਤੁਹਾਡੀ ਜਿਹੜੀ ਕੌਂਸਟੀਚੁਐਂਸੀ 'ਚ ਕੌਣ ਖੜੇ ਸੀ ਪਿਛਲੀ ਵਾਰੀ, ਜਾਂ ਕਿਹੜੀ ਪਾਰਟੀ ਕਿਹੜੇ ਮੁੱਦੇ ਤੇ ਖੜੀ ਹੈ, ਰਾਈਟ, ਜਾਂ ਤੁਸੀਂ ਕਿਸ ਮਿਨਿਸਟਰ ਦਾ ਕੀ ਨਾਂ ਆ, ਰਾਈਟ, ਤੁਸੀਂ ਬੰਦਿਆਂ ਨੂੰ ਬੈਠੋਗੇ ਦੇ ਵਿਲ ਨੋ। ਸੋ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੀ ਹੈ ਔਰਤ ਦਾ ਆਉਣਾ ਬਹੁਤ ਜ਼ਰੂਰੀ ਹੈ। ਜਿਹੜੀਆਂ ਸੁਸਾਇਟੀਜ਼ ਰਨ ਹੁੰਦੀਆਂ, ਸੁਸਾਇਟੀਜ਼ ਵੀ ਜਿਹੜੀਆਂ ਮੋਸਟਲੀ ਰਨ ਹੁੰਦੀਆਂ ਉਹ ਬੰਦੇ ਰਨ ਕਰ ਰਹੇ ਆ, ਰਾਈਟ, ਜਿਹੜੀ ਸੋ ਕਾਲਡ ਸੋਸ਼ਲ ਐਕਟਿਵਿਜ਼ਮ ਹੈ, ਕਿਉਂਕਿ ਜਿਹੜੀ ਔਰਤਾਂ ਆ ਉਹਨਾਂ ਨੂੰ ਤਾਂ ਘਰ ਦੇ ਕੰਮਾਂ ਤੋਂ ਵਿਹਲੇ ਨਹੀਂ ਦਿੰਦੇ, ਜੇ ਕੋਈ ਮੇਰੇ ਵਰਗਾ ਬਾਹਰ ਚਲਾ ਜਾਂਦਾ ਤਾਂ ਅਗਲਾ ਕਹਿੰਦਾ ਵਿਹਲੀ ਆ ਇਹ, ਤਾਂ ਕਰਕੇ ਹੈ। ਸੋ ਆਲ ਦ ਸੋਸ਼ਲ ਪੋਲੀਟੀਕਲ ਪਾਲਿਸੀਜ਼ ਜਿਹੜੀਆਂ, ਈਵਨ ਸਪਿਰਿਚੁਅਲਿਟੀ, ਜਿਹੜੇ ਗੁਰੂ ਬੈਠੇ ਉਹ ਵੀ ਬੰਦੇ ਬੈਠੇ ਆ, ਰਾਈਟ। ਸੋ ਤੁਹਾਨੂੰ ਹਰ ਕੁਛ ਜਿਹੜਾ ਸਮਾਜ ਦਾ, ਭਾਵੇਂ ਕੈਨੇਡਾ ਹੈ ਭਾਵੇਂ ਇੰਡੀਆ, ਹਰ ਥਾਂ ਤੇ ਬੰਦੇ ਨੂੰ ਦੱਸਿਆ ਜਾਂਦਾ ਵੀ ਤੇਰਾ ਆ ਰੋਲ ਹੈ। ਸੋ ਇਸ ਨੂੰ ਸਵਿਚ ਕਰਨਾ ਹੀ ਪੈਣਾ, ਪਰ ਵਕਤ ਨਾਲ ਇਹਨਾਂ ਹੁਣ ਨਹੀਂ ਕਰ ਰਹੇ ਨਾ ਆਪਣੀ ਮਰਜ਼ੀ ਨਾਲ, ਤਾਂ ਇਹ ਬਦਲੂਗਾ। ਪਹਿਲਾਂ ਨਾਲੋਂ ਹੁਣ ਬਦਲ ਗਿਆ ਨਾ, 100 ਸਾਲ ਪਹਿਲਾਂ ਨਹੀਂ ਸੀ ਔਰਤਾਂ ਆ ਸਕਦੀਆਂ, ਹੁਣ ਆ ਰਹੀਆਂ ਬੱਚੀਆਂ। ਕਿਉਂਕਿ ਉਹਨਾਂ ਨੇ ਆਈਲੈਟ ਕਲੀਅਰ ਕਰ ਲਿਆ, ਕਰ ਰਹੇ ਨਾ। 70% ਜਿਹੜੀਆਂ ਬੱਚੀਆਂ ਆ ਉਹ ਮੈਡੀਕਲ ਫੈਸਿਲਿਟੀਜ਼ ਦੇ ਵਿੱਚ, ਜਦੋਂ ਤੁਸੀਂ ਜਾਂਦੇ ਮੈਡੀਕਲ ਕਾਲਜ ਦੇ ਵਿੱਚ, 1/3 ਜਿਹੜੀਆਂ ਹੈਗੀਆਂ, 1/3 ਬੰਦੇ ਆ ਤੇ 2/3 ਜਿਹੜੀਆਂ ਔਰਤਾਂ। ਤੇ ਹੁਣ ਜਦੋਂ ਡਾਕਟਰ ਬਣ ਜਾਣਾ, ਉਹਨਾਂ ਨੇ ਲੋਅਰ ਬਣ ਜਾਣਾ, ਉਹਨਾਂ ਨੇ ਕਹਿਣਾ ਬੰਦੇ ਭੱਜੋ ਇੱਥੋਂ। ਉਹਨਾਂ ਨੇ ਉਹਨਾਂ ਦੀ ਜੁੱਤੀਆਂ ਲਾਇਆ ਕਰਨੀਆਂ ਜਿਵੇਂ ਉਹਨਾਂ ਨੇ ਹੁਣ ਤੱਕ ਲਾਈਆਂ, ਰਾਈਟ। ਸੋ ਤੁਸੀਂ ਪਾਵਰ ਸਟਰਗਲ ਆ, ਜਿਸ ਕੋਲੇ ਪਾਵਰ ਹੈ ਉਸਨੇ ਡਿਸਾਈਡ ਕਰ ਲੈਣਾ, ਦੈਟਸ ਰਿਐਲਿਟੀ ਵਟ ਇਟ ਇਜ਼, ਰਾਈਟ। ਸੋ ਅੱਜ ਵੀ ਜਿਹੜੀਆਂ ਜਦੋਂ ਕੋਈ ਇੱਥੇ ਆਈਲੈਟ ਤੋਂ ਕੁੜੀ ਆ ਜਾਂਦੀ ਹੈ ਤੇ ਅਗਰੋਂ ਪਿੱਛੇ ਜਿਹੜਾ ਵੀ ਬॉयਫ੍ਰੈਂਡ ਹੁੰਦਾ ਉਹਨੂੰ ਕਹਿੰਦੀ ਤੂੰ ਰਹਿਣ ਦੇ, ਮੈਨੂੰ ਇੱਥੇ ਕੋਈ ਹੋਰ ਬਿਹਤਰ ਮਿਲ ਗਿਆ ਬੱਚਾ, ਫਿਰ ਉਹਨੂੰ ਕਿੱਡੀਆਂ ਮਾੜੀਆਂ ਗਾਲਾਂ ਕੱਢਦੇ ਆ ਨਾ। ਪਰ what happens, she became into a position of power and she did it through IELTS, ਹੈ ਨਾ। ਜੇ ਤੁਸੀਂ ਨਾ, ਤੁਹਾਨੂੰ ਕੀ ਲੱਗਦਾ ਵੀ ਇਹਦਾ ਸ਼ਿਫਟ ਨਹੀਂ ਹੋਊਗਾ? ਉਸ ਬੰਦੇ ਨੇ ਉਹਨੂੰ ਪੈਸੇ ਦੇ ਕੇ, ਉਹ ਤੋਂ ਪਹਿਲਾਂ ਗਲਤ ਅਪਰੂਵਲ ਕਰਵਾ ਕੇ ਉਹਨੂੰ ਆਈਲੈਟ ਦੇ ਕੇ ਭੇਜਦਾ, ਮੈਂ ਤੈਨੂੰ ਪੈਸੇ ਦਊਂਗਾ, ਪਹਿਲਾਂ ਹੀ ਉਸਨੇ ਇੱਕ ਗਲਤ ਤੇ ਹਾਂ ਭਰਵਾਤੀ। ਹੁਣ ਉਸ ਬੱਚੀ ਤੋਂ ਸਹੀ ਦਾ ਕਿਉਂ ਐਕਸਪੈਕਟ ਕਰ ਰਹੇ ਹੋ ਕਿ ਵੀ ਹਾਂ ਉਹ ਜ਼ਰੂਰ ਮੈਨੂੰ ਸਪਾਂਸਰ ਕਰੂਗੀ, ਮੈਂ ਅਨਐਥੀਕਲ ਹੋ ਜਾਵਾਂ, ਪਰ ਤੂੰ ਐਥੀਕਲ ਹੋਣਾ, ਔਰਤ ਨੂੰ ਐਥੀਕਲ ਹੋਣਾ, ਮੈਂ। ਸੋ ਆਈ ਥਿੰਕ ਇਹ ਸਿਸਟਮ, ਜਿਸ ਤਰ੍ਹਾਂ ਤੁਹਾਨੂੰ ਆਈਲੈਟ ਦੇ ਵਿੱਚ ਤੁਸੀਂ ਆਲਰੇਡੀ ਦੇਖਦੇ ਹੋ ਕਿੰਨੀਆਂ ਗ੍ਰੇਟਰ ਨੰਬਰ ਆਫ ਗਰਲਸ ਆਰ ਕਮਿੰਗ ਦੈਨ ਬॉयਜ਼, ਤੇ ਉਹ ਕੰਮ ਉਹ ਪਹਿਲਾਂ ਪੇਪਰ ਉੱਪਰ ਤੇ ਵਿਆਹ ਵੂ ਕਰਾ ਕੇ ਲਿਆਉਂਦੇ ਆ। ਸੋ ਆਈ ਥਿੰਕ ਟੇਬਲਸ ਆਰ ਟਰਨਿੰਗ। ਆਪਣੀ ਰਹਿੰਦੇ ਮੈਨੂੰ ਇਹ ਆਸ ਹੈ ਕਿ ਆਪਾਂ ਇਸ ਦੇ ਵਿੱਚ ਬਦਲਾਅ ਦੇਖਾਂਗੇ। ਇੱਕ ਕੱਲ ਅਸੀਂ ਗੱਲਬਾਤ ਕੀਤੀ ਸ਼ੋਅ ਦੇ ਵਿੱਚ ਕੁੜੀਆਂ ਦੇ ਨਾਲ, ਉਹਨਾਂ ਦਾ ਇੱਕ ਸਵਾਲ ਬੜਾ ਤਿੱਖਾ ਸੀ ਕਿ ਜੇ ਤੁਸੀਂ ਕਹਿੰਦੇ ਸਮਾਜ ਦੇ ਵਿੱਚ ਇਦਾਂ ਦੀਆਂ ਗੱਲਾਂ ਹੈਗੀਆਂ, ਮੰਟੋ ਵੀ ਇਹ ਗੱਲ ਕਰਦਾ, ਤਾਂ ਫਿਰ ਉੱਥੇ ਜਾਂ ਤਾਂ ਮਰਦ ਰਹੇ ਆ ਨਾ, ਜਾਂ ਤਾਂ ਬੰਦੇ ਰਹੇ ਆ, ਇੱਥੋਂ ਦੇ ਰਹੇ ਆ, ਉਹਨਾਂ ਦੀ ਗੱਲ ਕਿਉਂ ਨਹੀਂ, ਉਹਨਾਂ ਨੂੰ ਕਿਉਂ ਨਹੀਂ ਦੋਸ਼ ਦਿੱਤਾ ਜਾਂਦਾ? ਇਹਨੂੰ ਕਿੱਦਾਂ ਐਡਰੈਸ ਕੀਤਾ ਜਾਵੇ, ਵੀ ਉਹਨਾਂ ਬੰਦਿਆਂ ਨੂੰ ਕਿੱਦਾਂ ਦੋਸ਼ ਦਿੱਤਾ ਜਾਵੇ, ਜਾਂ ਉਹਨਾਂ ਨੂੰ ਕਿੱਦਾਂ ਸਾਹਮਣੇ ਲਿਆਂਦਾ ਜਾਵੇ, ਜਾਂ ਉਹ ਵੀ ਦੋਸ਼ੀ ਨੇ ਇਹਦੇ ਵਿੱਚ, ਉਹਨਾਂ ਦਾ ਵੀ ਕਸੂਰ ਆ, ਇਸ ਗੱਲ ਨੂੰ ਕਿੱਦਾਂ ਐਸਟੈਬਲਿਸ਼ ਕੀਤਾ ਜਾਵੇ? ਦੇਖੋ, ਉਹ ਤਾਂ ਮੰਨਣ ਦੀ ਗੱਲ ਹੈ ਨਾ। ਹੁਣ ਤੁਸੀਂ ਆਪਾਂ ਮੰਨਦੇ ਨਹੀਂ, ਹੈ ਤਾਂ ਉਹਨਾਂ ਦੀ ਹੋਈ ਗੱਲ, ਆਪਾਂ ਬੱਚੀ ਦੀ ਕਰ ਰਹੇ ਹਾਂ, ਰਾਈਟ। ਗੱਲ ਆਪਾਂ ਬੰਦਿਆਂ ਦੀ ਨਹੀਂ ਕਰ ਰਹੇ ਕਿ ਉਹ ਕਿੰਨੇ ਮੈਂਟਲੀ ਸਿੱਕ ਨੇ। ਜਿਹੜਾ ਬੰਦਾ, ਮੈਂ ਇਹ ਕਹਿੰਦੀ ਨਹੀਂ, ਇਹ ਨਹੀਂ ਕਹਿੰਦੀ ਕਿ ਜਿਹੜੇ ਸਿਰਫ ਪੇ ਕਰਕੇ ਉੱਥੇ ਕਰ ਰਹੇ, ਜਿਹੜੇ ਆਪਣੇ ਘਰਾਂ ਦੇ ਵਿੱਚ ਵੀ ਆਪਣੀ ਔਰਤ ਦਾ ਬਲਾਤਕਾਰ ਕਰ ਰਹੇ, ਰਾਈਟ। ਇਹ ਤੁਹਾਨੂੰ ਸ਼ਾਇਦ ਕਨਸੈਪਟ, ਮੈਨੂੰ ਲੱਗਦਾ ਬਹੁਤਿਆਂ ਨੂੰ ਇਸ ਨੂੰ ਸ਼ਾਇਦ ਐਕਸੈਪਟ ਨਾ ਕਰਨ, ਪਤਾ ਸਭ ਨੂੰ ਹੁੰਦਾ ਵੀ ਘਰਾਂ ਦੇ ਵਿੱਚ ਆਪਣੀ ਔਰਤ ਦੇ ਨਾਲ ਬਲਾਤਕਾਰ ਹੋ ਰਿਹਾ, ਕਿਉਂਕਿ ਔਰਤ ਉਸ ਮਰਦ ਨੂੰ ਉਸ ਤਰ੍ਹਾਂ ਪਿਆਰ ਨਹੀਂ ਕਰ ਰਹੀ, ਜਾਂ ਉਸ ਵਕਤ ਪਿਆਰ ਨਹੀਂ ਕਰ ਰਹੀ, ਜਾਂ ਗੁੱਸੇ ਜਾਂ ਰਾਜੀ, ਹਜ਼ਾਰ ਗੱਲ ਆ, ਪਰ ਉਸ ਦਾ ਹਰ ਰਾਤ ਬਲਾਤਕਾਰ ਹੋ ਰਿਹਾ ਨਾ। ਤਾਂ ਫਿਰ ਤੋਂ ਕਿਸ ਬੰਦੇ ਨੂੰ ਨਹੀਂ ਪਤਾ ਵੀ ਇਹ ਗਲਤ ਹੈ? ਜਦੋਂ ਉਹ ਔਰਤ ਉਹ ਰਿਸ਼ਤਾ ਛੱਡ ਕੇ ਬਾਹਰ ਚਲੀ ਜਾਂਦੀ ਹੈ, ਤਾਂ ਫਿਰ ਉਸ ਔਰਤ ਦੇ ਵੱਡੀਆਂ ਸਾਰੀਆਂ ਲਾਛਣਾਂ ਲੱਗ ਜਾਂਦੇ। ਫਿਰ ਉਸਨੂੰ ਪੁੱਛਦੇ, ਅੱਛਾ ਹੁਣ ਉਹਨੂੰ ਕੋਈ ਬੰਦਾ ਮਿਲ ਗਿਆ, ਅੱਛਾ ਉਹਨੇ ਹੁਣ ਇਹ ਨਹੀਂ ਕੀਤਾ, ਉਹ ਸ਼ਰਾਬ ਪੀਂਦੀ ਸੀ, ਉਹ ਕਿਸੇ ਨਾਲ ਕੌਫੀ ਪੀਂਦੀ ਸੀ। ਸੋ ਆਹ ਜਿਹੜੀਆਂ ਬਦਤਮੀਜ਼ੀ ਕਿਸਮ ਦੀਆਂ ਜਿਹੜੀਆਂ ਆਪਣੀਆਂ ਇਹ ਚੀਜ਼ਾਂ ਆ, ਇਹ ਆਪਣੀ ਕਮ ਅਕਲੀ ਦਾ ਬਹੁਤ ਵੱਡਾ ਸਬੂਤ ਹੈ। ਜਿੰਨੇ ਵਾਰੀ ਕੋਈ ਮਰਦ ਇਹੋ ਜਿਹੀਆਂ ਗੱਲਾਂ ਕਰਦਾ, ਉਨੇ ਵਾਰੀ ਮੈਨੂੰ ਤਰਸ ਆਉਂਦਾ, ਮੈਨੂੰ ਲੱਗਦਾ ਕਿ ਇਸ ਬੰਦੇ ਨੂੰ ਕਾਉਂਸਲਿੰਗ ਦੀ ਲੋੜ ਆ। ਆਪਾਂ ਖਾਸ ਕਰਕੇ ਪੰਜਾਬੀ ਮਰਦਾਂ ਦੀ, ਈਵਨ ਜਨਰਲੀ ਮਰਦਾਂ ਨੂੰ ਵੀ ਕਮਿਊਨੀਕੇਟ ਨਹੀਂ ਕਰਨਾ ਆਉਂਦਾ। ਕਿਸੇ ਚੀਜ਼ ਤੋਂ ਫਰਸਟ੍ਰੇਟ ਹੋਈਏ, ਕਿਸੇ ਚੀਜ਼ ਤੋਂ ਗੁੱਸਾ ਹੋਵੇ। ਤੁਸੀਂ ਕਦੇ ਦੇਖਿਆ ਕਿ ਕੋਈ ਰਿਸ਼ਤਾ ਟੁੱਟ ਗਿਆ ਹੋਵੇ ਤੇ ਬੰਦੇ ਦੇ ਮਗਰ ਕੁੜੀ ਜਾ ਰਹੀ ਹੈ? ਕਿੰਨੀਆਂ ਹੋਣਗੀਆਂ ਜਿਹੜੀਆਂ ਉਹਦੇ ਦਰਵਾਜ਼ੇ ਭੰਨ ਰਹੇ, ਉਹਨੂੰ ਫੋਲੋ ਕਰ ਰਹੇ ਆ, ਜਾਂ ਉਸਨੂੰ ਹਮੇਸ਼ਾ ਬੰਦਾ ਕਰਦਾ। ਕਿਉਂ ਕਰਦਾ? ਕਿਉਂਕਿ ਉਹ ਵਿਚਾਰਾ ਗਵਾਚ ਜੇ ਜਾਂਦਾ ਹੈ ਨਾ, ਤਾਂ ਉਸਦੀ ਈਗੋ ਹਰਟ ਕਰਦੀ ਹੈ। ਸੋ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਮੈਂਟਲ ਇਲਨੈਸਿਸ ਨੇ, ਹੈ ਨਾ, ਜਿਸ ਚੀਜ਼ ਨੂੰ ਆਪਾਂ ਰੈਕਗਨਾਈਜ਼ ਨਹੀਂ ਕਰ ਰਹੇ। ਸੋ ਇਹ ਸਾਰੇ ਬੰਦੇ ਜੋ ਇਸ ਪ੍ਰੋਸੈਸ ਦੇ ਵਿੱਚ ਜਾ ਰਹੇ ਹੈ,
ਜੇ ਜਿਸ ਬੱਚੀ ਦੇ ਨਾਲ ਬਲਾਤਕਾਰ ਹੋ ਰਿਹਾ ਜਾਂ ਈਵਨ ਸੈਕਸ ਪੇਡ ਸੈਕਸ ਹੋ ਰਿਹਾ, ਜੇ ਉਹ ਬੱਚੀ ਤੇ ਇੰਪੈਕਟ ਹੈ ਸਾਈਕੋਲੋਜੀਕਲ, ਤਾਂ ਉਹ ਬੰਦਾ ਵੀ ਜਿਹੜਾ ਕੰਮ ਕਰਕੇ ਆ ਰਿਹਾ ਹੈ ਉਸ 'ਤੇ ਵੀ ਸਾਈਕੋਲੋਜੀਕਲ ਇੰਪੈਕਟ ਹੈ। ਉਹ ਬੰਦਾ ਵੀ ਜਦੋਂ ਆਪਣੀ ਵਾਈਫ ਕੋਲ ਵਾਪਸ ਜਾ ਰਿਹਾ ਹੈ ਜਾਂ ਆਪਣੀ ਗਰਲਫ੍ਰੈਂਡ ਬਣਾ ਰਿਹਾ ਹੈ ਜਾਂ ਆਪਣੇ ਕੱਲ੍ਹ ਨੂੰ ਆਪਣੇ ਬੱਚਿਆਂ ਦੇ ਨਾਲ ਉਹ ਉਸ ਚੀਜ਼ ਨੂੰ ਇਹ ਨਹੀਂ ਹੈ ਕਿ ਉਹ ਰੇਸ ਕਰ ਦਿੱਤਾ ਤੇ ਪਾਣੀ 'ਚ ਸਿੱਟਤਾ ਉਹਨਾਂ ਨੇ ਵਾਪਸ ਨਹੀਂ ਆਉਣਾ, ਉਹ ਮੁਰਦੇ ਵਾਂਗੂ ਉੱਠ ਕੇ ਦੁਬਾਰੇ ਤੁਹਾਡੇ ਨਾਲ ਤੁਰਿਆ ਫਿਰੂਗਾ। ਇਸ ਗੱਲ ਨੂੰ ਐਕਸੈਪਟ ਕਰ ਲੈਣਾ ਚਾਹੀਦਾ। ਆਪਣੇ ਬੰਦਿਆਂ ਨੂੰ ਮੈਂਟਲ ਇਲਨੈਸਿਸ ਦਾ ਐਡਾ ਗਹਿਰਾ ਤੇ ਐਡਾ ਭੱਦਾ ਜਿਹੜਾ ਦਾਗ ਹੈ ਉਹ ਬੰਦੇ ਲਈ ਫਿਰਦੇ ਆ। ਤੇ ਮੈਨੂੰ ਇਹ ਲੱਗਦਾ ਕਿ ਉਸ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਬੰਦਿਆਂ ਨੂੰ ਕਿਹੋ ਜਿਹੀ ਸਪੋਰਟ ਦੀ ਲੋੜ ਹੈ, ਕਿਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਆ ਵੀ ਆਪਾਂ ਅਪਰੀਸ਼ੀਏਟ ਕਰਨੇ ਆ, ਕਿਸ ਤਰ੍ਹਾਂ ਦੇ ਬੰਦਿਆਂ ਨੂੰ ਆਪਾਂ ਸਪੋਰਟ ਕਰਨੀ ਹੈ ਤਾਂ ਕਿ ਉਹ ਜਾਂ ਤਾਂ ਡਰੱਗ ਵੱਲ ਨਹੀਂ ਜਾਂਦੇ ਆ ਨਾ, ਡਰੱਗ ਹੋ ਗਈ, ਐਡਿਕਸ਼ਨ ਹੋ ਗਈ, ਜਿਹੜੀ ਸੈਕਸ਼ੂਅਲ ਜਿਹੜੀ ਐਬਿਲਿਟੀਜ਼ ਜਿਹੜੀਆਂ ਤੁਸੀਂ ਪ੍ਰੈਕਟਿਸਿਸ ਨੇ ਉਹ ਵੀ ਐਡਿਕਸ਼ਨ ਹੀ ਹੈ। ਔਰਤ ਕਿਉਂ ਨਹੀਂ ਚਾਹੁੰਦੀ? ਇਨਸਾਨ ਤਾਂ ਇਨਸਾਨ ਹੈ, ਸੈਕਸ਼ੂਅਲ ਡਿਜ਼ਾਇਰਸ ਜਿਹੋ ਜਿਹੀ ਮਰਦ 'ਚ ਹੋਣੀ ਉਹੋ ਜਿਹੀ ਔਰਤ 'ਚ ਹੋਣੀ, ਪਰ ਮੈਂ ਬਹੁਤ ਘੱਟ ਦੇਖਿਆ ਹੋਣਾ ਵੀ ਔਰਤਾਂ ਕਹਿੰਦੀਆਂ ਹੋਣੀ ਹਾਂਜੀ ਹਮ ਪੇ ਕਰਕੇ ਜਾ ਕੇ why are their sexual desires different and why women are able to control her sexual desires but men are not? they will go ਆਪਣੀ ਔਰਤ ਦੇ ਨਾਲ ਵੀ ਬਦਕਾਰੀ ਕਰਨੀ ਹੈ, ਜੇ ਘਰੇ ਕੋਈ ਬੱਚੀ ਹੈ ਤਾਂ ਉਹਦੀ ਵੀ ਮਲਸਟੇਸ਼ਨ ਕਰਨੀ ਹੈ, ਤੁਸੀਂ ਡਰੱਗ ਟ੍ਰੈਫਿਕਿੰਗ ਵੀ ਕਰਨੀ ਹੈ, ਤੁਸੀਂ ਬਾਹਰ ਜਾ ਕੇ ਬੱਚਿਆਂ ਨੂੰ ਪੈਸੇ ਦੇ ਕੇ ਵੀ ਕਰਨਾ ਹੈ ਨਾ। ਸੋ ਦਿਸ ਇਜ਼ ਆਲ ਵੈਰੀ ਹੌਰਬਲ ਐਂਡ ਆਈ ਥਿੰਕ ਵਟ ਵੀ ਨੀਡ ਟੂ ਲੁੱਕ ਇਨਟੂ ਇਜ਼ ਦ ਮੈਂਟੈਲਿਟੀ ਆਫ ਮੈਨ ਵਿਦਿਨ ਆਰ ਕਮਿਊਨਿਟੀ। ਉਸ ਚੀਜ਼ ਨੂੰ ਪੋਕ ਕਰਕੇ ਦੇਖਣਾ ਚਾਹੀਦਾ ਵੀ ਜਿਹੜਾ ਤੁਹਾਡੇ ਨਾਲ ਬੰਦਾ ਬੈਠਾ ਉਸ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਹੈ। ਤੁਸੀਂ ਇਹ ਕਹਿਣਾ ਵੀ ਅੱਛਾ ਤੂੰ ਜਾਇਆ ਆ ਬਹੁਤ ਬੱਲੇ ਬੱਲੇ, ਤੁਸੀਂ ਉਹਨੂੰ ਕਹਿ ਵੀ ਯਾਰ ਤੂੰ ਬੱਚੀ ਦੇ ਨਾਲ ਕੀ ਕਰਕੇ ਆਇਆ? ਇਹ ਵੀ ਕਿਹਾ ਜਾ ਸਕਦਾ ਨਾ, ਇੱਕ ਦੋਸਤ ਦੂਸਰੇ ਨੂੰ ਕਹਿ ਸਕਦਾ। ਜੇ ਉਹ ਬੜੀ ਕਹਿ ਰਿਹਾ ਵੀ ਮੈਂ ਮਹਾਨ ਕੰਮ ਕਰਕੇ ਆਇਆ, ਇੱਕ ਬੰਦਾ ਕਹੇ ਯਾਰ ਤੂੰ ਆ ਕੀ ਕੀਤਾ, ਤੈਨੂੰ ਲੋੜ ਹੈ ਹੈਲਪ ਦੀ, ਤੈਨੂੰ ਪਿਆਰ ਦੀ ਲੋੜ ਹੈ, ਤੈਨੂੰ ਗੱਲਬਾਤ ਕਰਨ ਦੀ ਲੋੜ ਹੈ, ਤੂੰ ਕਿਹੜੀ ਫਰਸਟ੍ਰੇਸ਼ਨ ਉੱਥੇ ਕੱਢ ਕੇ ਆਇਆ, ਕਿਹੜਾ ਕੰਟਰੋਲ ਤੂੰ ਆਪਣਾ ਦੱਸਣ ਆਇਆ ਉਸ 'ਤੇ ਵੀ ਮੇਰੇ 'ਤੇ ਕੰਟਰੋਲ ਆ, ਮੈਂ ਇੱਕ ਔਰਤ ਦੇ ਨਾਲ ਪੇ ਕਰਕੇ ਸੈਕਸ ਕਰ ਲਿਆ ਤੇ ਹੁਣ ਮੈਂ ਬਹੁਤ ਮਹਾਨ ਹੋ ਗਿਆ, ਮੇਰਾ ਕੰਟਰੋਲ ਹੋ ਗਿਆ ਉਸ ਔਰਤ 'ਤੇ ਨਾ। ਯੂ ਫੀਲ ਮੈਨ ਫੀਲ ਕੰਟਰੋਲ ਥਰੂ ਸੈਕਸ਼ੂਅਲ ਪ੍ਰੋਸੈਸਿਸ। ਅਤੇ ਉਸ ਕਿੱਡੀ ਉਹਨਾਂ ਨੂੰ ਜ਼ਰੂਰਤ ਹੈ, ਉਹਨਾਂ ਦੀ ਆਤਮਾ, ਉਹਨਾਂ ਦੀ ਜਿਹੜੀ ਅੰਦਰ ਸਾਈਕੋਲੋਜੀ ਆ ਉਹ ਇੰਨੀ ਕੁ ਵੀਕ ਹੈ ਕਿ ਘਰੇ ਨਹੀਂ, ਉਹਨਾਂ ਦਾ ਕੰਮ ਤੇ ਨਹੀਂ ਚੱਲ ਰਿਹਾ, ਉਹਨਾਂ ਦਾ ਘਰ ਨਹੀਂ ਹੋ ਗਿਆ, ਉਹਨਾਂ ਦਾ ਬਿਜ਼ਨਸ ਟੁੱਟ ਗਿਆ, ਉਹਨਾਂ ਦੀ ਘਰ ਵਾਲੀ ਨੇ ਗਾਲਾਂ ਕੱਢਤੀਆਂ, ਜਵਾਕਾਂ ਦੇ ਲਈ ਪੈਸਾ ਨਹੀਂ ਹੈ ਜਾਂ ਕੁਛ, ਉਹ ਸਭ ਮਸਲਿਆਂ ਨੂੰ ਡਿਜ਼ਾਇਰ ਨੂੰ ਕੰਟਰੋਲ ਕਰਨ ਦੇ ਲਈ ਉੱਥੇ ਜਾ ਕੇ 100-200 ਵਰੈਵਰ ਜਾ ਕੇ ਸੈਕਸ ਕਰਕੇ ਆਪਣੇ ਆਪ ਨੂੰ ਫੀਲ ਕਰਦੇ ਲਾਈਫ ਇਜ਼ ਓਕੇ। ਇੱਕ ਬੋਤਲ ਪੀ ਲਈ ਮੈਂ, ਆਈ ਐਮ ਓਕੇ, ਦਬਕਾ ਮਾਰ ਲਿਆ, ਆਈ ਹੈਡ ਸੈਕਸ, ਆਈ ਐਮ ਗੁੱਡ। ਆਹ ਰਿਐਲਿਟੀ ਸਾਰਿਆਂ ਦੀ ਨਹੀਂ ਮੈਂ ਕਹਿੰਦੀ, ਪਰ ਮੈਂ ਜ਼ਰੂਰ ਕਹਿੰਦੀ ਹਾਂ ਕਿ ਬਹੁਤੇ ਮਰਦਾਂ ਦੀ ਹੈ। ਜਿਸ ਚੀਜ਼ ਨੂੰ ਐਡਰੈਸ ਕਰਨਾ ਚਾਹੀਦਾ, ਜਿਸ ਤੋਂ ਲੈ ਕੇ ਅਲਕੋਹਲਿਜ਼ਮ ਜਿਹੜੀ ਆਪਣੀ ਪੰਜਾਬੀ ਕਲਚਰ 'ਚ ਖਾਸ ਕਰਕੇ ਬਹੁਤ ਜ਼ਿਆਦਾ ਆ, ਉਸ ਦੇ ਵਿੱਚ ਇਸ਼ੂ ਇਹ ਹੈ ਕਿ ਵੀ ਨੀਡ ਟੂ ਬੀ ਟਾਕਿੰਗ ਅਬਾਊਟ ਦ ਮੈਂਟਲ ਵੈਲਨੈਸ ਆਫ ਮੈਨ। ਕਾਨੂੰਨ ਇਹਦੇ 'ਚ ਕੁਛ ਕਰ ਸਕਦਾ? ਸਮੱਸਿਆ ਗੰਭੀਰ ਆ। ਕੈਨੇਡਾ ਦਾ ਕਾਨੂੰਨ ਇਹ ਕਹਿੰਦਾ ਕਿ ਜੇ ਤੁਹਾਡੇ ਬੈੱਡ ਦੇ ਉੱਤੇ ਤੁਹਾਡੀ ਵਾਈਫ ਤੁਹਾਨੂੰ ਨਾ ਕਹਿ ਰਹੀ ਆ ਤਾਂ ਇਹਦਾ ਮਤਲਬ ਨਾ ਆ, ਇਹਦਾ ਮਤਲਬ ਮੇ ਵੀ ਨਹੀਂ ਆ, ਜਾਂ ਤੁਸੀਂ ਉਹਨੂੰ ਇਦਾਂ ਨਹੀਂ ਲੈ ਸਕਦੇ। ਕਾਨੂੰਨ ਇਸ ਗੱਲ ਨੂੰ ਕਹਿੰਦਾ, ਪਰ ਕੈਨੇਡਾ ਦੇ ਵਿੱਚ ਆ ਕੇ ਅਪਲਾਈ ਕਿਉਂ ਨਹੀਂ ਹੁੰਦਾ? ਫਿਰ ਗਲਤ ਤਾਂ ਕਿਤੇ ਨਾ ਕਿਤੇ ਉੱਥੇ ਹੀ ਆ ਨਾ। ਜਾਂ ਜਿਹੜਾ ਦੂਜਾ ਪੱਖ ਆ ਕਿ ਜਿਹੜੀ ਪ੍ਰੋਸਟੀਟਿਊਸ਼ਨ ਆ ਉਹ ਲੀਗਲ ਕਿਉਂ ਆ ਫਿਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ? ਜਾਂ ਇਹ ਕਰ ਦੇਣੀ ਚਾਹੀਦੀ ਹੈ ਜਾਂ ਇਹ ਨਹੀਂ ਹੋਣੀ ਚਾਹੀਦੀ, ਜਾਂ ਫਿਰ ਔਰਤਾਂ ਨੂੰ ਵੀ ਇਹ ਰਾਈਟ ਦੇ ਦੇਣਾ ਚਾਹੀਦਾ ਵੀ ਉਹ ਵੀ ਕਿਤੇ ਪੇ ਕਰਕੇ ਸੈਕਸ ਕਰ ਸਕਣ? ਨਹੀਂ ਦੇਖੋ, ਇਹ ਪੇਡ ਪ੍ਰੋਫੈਸ਼ਨ ਆ, ਇਹ ਉਸ ਪ੍ਰੋਫੈਸ਼ਨ ਦੇ ਵਿੱਚ ਉਸ ਨੂੰ ਜਦੋਂ ਤੁਸੀਂ ਸਰਚ ਕਰਨ ਲੱਗਦੇ ਹੋ ਤੇ ਜਦੋਂ ਜਿਹੜੇ ਆਪਣੇ ਵਿਊਅਰਸ ਨੇ ਸਰਚ ਕਰਨਗੇ ਤਾਂ ਬਹੁਤ ਜ਼ਿਆਦਾ ਕੰਮ ਹੁੰਦਾ ਜਿਹੜੇ ਸੈਕਸ ਵਰਕਰਸ ਨੇ ਉਹਨਾਂ ਦੇ ਲਈ, ਸੇਫਟੀ ਦੇ ਲਈ, ਉਹਨਾਂ ਦੇ ਪ੍ਰੋਟੈਕਸ਼ਨ ਦੇ ਲਈ ਬਹੁਤ ਲਾਜ਼ ਜਿਹੜੇ ਉਹ ਕਿਉਂਕਿ ਅਗਲੇ ਕਹਿੰਦੇ ਵੀ ਓਕੇ, ਦ ਪਰਸਨ ਇਜ਼ ਦੇਅਰ ਰਾਈਟ ਨਾਓ ਐਂਡ ਦੈਟਸ ਆਲ ਦ ਚੋਇਸ ਦ ਪਰਸਨ ਹੈਜ਼, ਹਾਊ ਡੂ ਵੀ ਡਿਫੈਂਡ ਦੈਟ ਪਰਸਨ ਰਾਈਟ ਨਾਓ, ਹੈ ਨਾ। ਸੋ ਆਈ ਐਗਰੀ ਵਿਦ ਯੂ, ਕਿਉਂਕਿ ਇੱਕ ਔਰਤ ਨੂੰ ਜਿੰਨੀ ਐਨਰਜੀ ਇਹ ਪ੍ਰੂਵ ਕਰਨ ਤੇ ਲੱਗਣੀ ਹੈ, ਉਨੀ ਦੇਰ ਤਾਂ ਦੁਨੀਆ ਨੇ ਉਹਨੂੰ ਮਾਰ ਮੁਕਾ ਕੇ ਕਿਤੇ ਨਿਬੇੜ ਦੇਣਾ ਉਹਦਾ ਕੰਮ। ਜੇ ਉਹ ਪ੍ਰੂਵ ਕਰ ਰਹੀ ਹੈ ਕਿ ਇੱਕ ਬੱਚੀ ਨੂੰ ਵੀ ਜੇ ਘਰੇ ਉਹਦੇ ਚਾਚੇ ਮਾਮੇ ਤਾਏ ਜਾਂ ਜਿਹੜਾ ਵੀ ਉਹਨੂੰ ਕੋਈ ਬੇਬੀ ਸਿਟ ਕਰ ਰਿਹਾ ਸੀ ਜਾਂ ਕੁਛ ਕਰ ਰਿਹਾ ਸੀ, ਜਾਂ ਈਵਨ ਉਹਦੇ ਨਾਲ ਉਹਨੂੰ ਪ੍ਰੂਵ ਕਰਨ ਨੂੰ ਹੀ ਪਹਿਲਾਂ ਤਾਂ ਘਰ ਦੇ ਜਿਹੜੇ ਮਸਲੇ ਆ ਉਹਨਾਂ ਨੇ ਮਾਰ ਦੇਣਾ ਵੀ ਤੂੰ ਘਰੇ ਬਾਹਰ ਬੇਇੱਜ਼ਤੀ ਕਰਾਏਂਗੀ। she is shattered regardless if she talks outside or not, but she's a shattered woman, she's a broken woman right now। ਤੇ ਸਾਰੀ ਉਮਰ ਉਹਨੇ ਟੁੱਟੀ ਭੱਜੀ ਨੇ ਜ਼ਿੰਦਗੀ ਕੱਟਣੀ ਹੈ। ਤੁਸੀਂ ਇੱਕ ਇਨਸਾਨ ਦੇ ਨਾਲ ਏਡੀ ਜ਼ਿਆਦਤੀ ਕਰ ਲੈਣੀ ਹੈ ਨਾ, ਤੇ ਤੁਸੀਂ ਜਾ ਕੇ ਕਾਨੂੰਨ ਲੱਭਦੇ ਹੋ ਵੀ ਕਾਨੂੰਨ ਤੋਂ ਪਹਿਲਾਂ ਤਾਂ ਉਹਦੇ ਮਾਂ ਪਿਓ ਨਾ, ਉਹ ਪਹਿਲਾ ਦਾਇਰਾ ਹੀ ਨਹੀਂ ਮੰਨ ਰਿਹਾ ਵੀ ਹਾਂ ਇਹਦੇ ਨਾਲ ਹੋਈ ਗੱਲ ਹੈ। ਤੇ ਕਿਉਂ ਨਹੀਂ ਮੰਨ ਰਿਹਾ? ਕਿਉਂਕਿ ਸਮਾਜ ਨੇ ਛਿੱਤਰ ਲਾਣੇ ਉਹਨਾਂ ਦੇ, ਅੱਛਾ ਵਿਆਹ ਹੋ ਗਿਆ ਹੈ ਨਾ, ਉਸ ਤੋਂ ਬਾਅਦ ਵੱਡਾ ਸਮਾਜ ਉਸਨੂੰ ਫਾਈਨੈਂਸ਼ੀਅਲ ਸਪੋਰਟ ਨਹੀਂ ਹੈ, ਕੰਮ ਤੇ ਨਹੀਂ ਉਹ ਬੱਚੀ ਕੰਮ ਕਨਸੈਂਟਰੇਟ ਕਰ ਸਕਦੀ, ਸੋ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਟੇਬਲ ਨਹੀਂ ਕਰ ਸਕਦੀ। ਜਿਹੜਾ ਸੋਸ਼ਲ ਨੈਟਵਰਕ ਆ, ਜਿਹੜੀਆਂ ਉਹਦੀਆਂ ਫਰੈਂਡਸ ਨੇ,
ਉੱਥੇ ਨਹੀਂ ਜਾ ਸਕਦੀ ਹੁਣ ਉਹ, ਕਿਉਂਕਿ ਉੱਥੇ ਵੀ ਉਹਨਾਂ ਨੇ ਇਹਨੂੰ ਬ੍ਰੋਕਨ ਪੀਸ ਕਰਕੇ ਉਹਨੂੰ ਸਾਈਡ ਤੇ ਰੱਖ ਦੇਣਾ। ਹੁਣ ਉਹਦੇ ਕੋਲ ਜਿਹੜੀ ਸੋਸ਼ਲ ਸਪੋਰਟ ਸੀ ਉਹ ਵੀ ਟੁੱਟ ਗਈ, ਹੈ ਨਾ। ਤਾਂ ਤੁਸੀਂ ਕਿਹੜੇ ਥਾਂ ਤੇ ਜਾ ਕੇ ਕਿਹੜੀ ਪਵਿੱਤਰਤਾ ਲੱਭਦੇ ਹੋ, ਤੁਸੀਂ ਕਿਹੜੀ ਪਵਿੱਤਰਤਾ ਲੱਭਦੇ ਹੋ? ਈਵਨ ਸਪਿਰਿਚੁਅਲ ਪਲੇਸਿਸ ਤੇ ਜਾਂਦੇ ਹੋ, ਕਿੱਥੇ ਤੁਸੀਂ ਆਈ ਥਿੰਕ ਔਰਤ ਨੂੰ ਔਰਤ ਵੀ ਨਹੀਂ ਮੈਂ ਸੋਚਦੀ ਸਿਰਫ ਇੱਕ ਇਨਸਾਨ ਸਮਝਿਆ ਜਾਵੇ ਕਿ ਉਹ ਇਨਸਾਨ ਹੈ, ਕਿ ਤੁਸੀਂ ਉਸ ਨੂੰ ਤੋੜ ਰਹੇ ਹੋ, ਮਦੋੜ ਰਹੇ ਹੋ, ਤੇ ਤੁਹਾਡੇ ਕੋਲੇ ਕੀ ਹੱਕ ਹੈ? ਹਾਂ ਠੀਕ ਹੈ, ਕਾਨੂੰਨ ਬਹੁਤ ਮਗਰੋਂ ਆਉਂਦਾ, ਪਰ ਤੁਹਾਡੇ ਕੋਲ ਇਨਸਾਨੀਅਤ ਨਾਂ ਦੀ ਗੱਲ ਹੈ। ਆਈ ਮੀਨ ਉੱਥੇ ਗੁਰੂਆਂ ਪੀਰਾਂ ਇੰਨੀਆਂ ਪਤਾ ਨਹੀਂ ਦੇਵੀ ਦੇਵਤਿਆਂ ਨੇ ਆ ਕੇ ਇੰਨਾ ਕੁਛ ਇੰਡੀਆ ਦੇ ਵਿੱਚ ਦੱਸ ਦਿੱਤਾ ਆਪਾਂ ਨੂੰ। ਇੰਨੀ ਵੀ ਗੱਲ ਸਮਝ ਨਹੀਂ ਆਈ ਵੀ ਆਪਾਂ ਕਿਸੇ ਨੂੰ ਦੁੱਖ ਨਹੀਂ ਦੇਣਾ। ਕੀ ਕਹਿੰਦੇ ਹੈ ਗੋਬਿੰਦ ਬਿਨ ਨਹੀਂ ਇੱਕ ਗੁਰੂ ਮਹਾਰਾਜ ਦੀ ਜਿਹੜੀ ਹੈ ਹਰਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ, ਰੱਬ ਤੋਂ ਬਿਨਾ ਕੋਈ ਵੀ ਹਰ ਇੱਕ ਇਨਸਾਨ ਦੇ ਵਿੱਚ ਰੱਬ ਹੈ। ਜੇ ਤੁਸੀਂ ਸਿੱਖ ਹੋ, ਜੇ ਤੁਸੀਂ ਦੇਵੀ ਦੇਵਤਿਆਂ ਨੂੰ ਮੰਨਦੇ ਹੋ, ਤਾਂ ਤੁਸੀਂ ਇੱਕ ਇਨਸਾਨ ਨੂੰ ਕਿਸ ਤਰ੍ਹਾਂ ਤੋੜ ਸਕਦੇ ਹੋ? ਤੁਸੀਂ ਆਈ ਥਿੰਕ ਇਹ ਕਿਸੇ ਬਹੁਤ ਵੱਡੇ ਲਾਅ 'ਚ ਆ ਕੇ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਹਾਡੀ ਆਪਦੀ ਆਤਮਾ ਨੂੰ ਜਵਾਬਦੇਹੀ ਹੋਣੀ ਚਾਹੀਦੀ ਹੈ। ਆਈ ਥਿੰਕ ਕਿੱਥੇ ਤੱਕ ਕਾਨੂੰਨ ਆ ਜਾਊਗਾ? ਹੁਣ ਤੁਹਾਡੇ ਘਰਾਂ ਦੇ ਕਮਰਿਆਂ ਦੇ ਵਿੱਚ ਬੈਠ ਕੇ ਆਊਗਾ ਰਾਤ ਨੂੰ, ਜਦੋਂ ਤੁਸੀਂ 11 ਵਜੇ ਆਦਮੀ ਤੇ ਤੀਵੀਂ ਇਕੱਠੇ ਬੈਠੇ, ਹੁਣ ਕਾਨੂੰਨ ਉੱਥੇ ਆ ਕੇ ਫੋਟੋਆਂ ਲਾਊਗਾ ਤੇ ਉੱਥੇ ਆ ਕੇ ਕਾਨੂੰਨ ਕਰੂਗਾ। ਉੱਥੇ ਤਾਂ ਇੱਕ ਇਨਸਾਨੀਅਤ ਦਾ ਜਿਹੜਾ ਪੈਮਾਨਾ ਉਹ ਕੰਮ ਕਰਨਾ ਚਾਹੀਦਾ ਨਾ, ਵੀ ਮੈਂ ਇਜ਼ ਦਿਸ ਫੇਅਰ ਟੂ ਸਮਬਡੀ ਐਲਸ, ਡੂ ਆਈ ਹੈਵ ਦ ਰਾਈਟ ਟੂ ਇਨਫਲਿਕਟ ਪੇਨ ਐਂਡ ਅਨਡਿਜ਼ਾਇਰਡ ਅਪਰੋਚ ਕਰਨੀ ਮੇਰੇ ਲਈ ਫੇਅਰ ਹੈ ਕਿ ਨਹੀਂ? ਮਤਲਬ ਤੁਸੀਂ ਕਿੱਥੇ ਚਾਹੁੰਦੇ ਹੋ ਵੀ ਕਾਨੂੰਨ ਕਿੱਥੋਂ ਤੱਕ ਪਹੁੰਚੇ? ਕਾਨੂੰਨ ਇਹ ਹੈਗਾ ਆ, ਮਤਲਬ ਇਹ ਜੇ ਕਾਨੂੰਨ ਬਣਿਆ ਆ, ਇਹ ਤੁਹਾਡੇ ਬੈਡਰੂਮ ਤੱਕ ਆ ਕੇ ਕਾਨੂੰਨ ਬਣਿਆ ਆ ਕਿ ਤੁਸੀਂ ਜੇ ਔਰਤ ਡਿਨਾਈ ਕਰਦੀ ਆ ਤਾਂ ਉਹਦਾ ਮਤਲਬ ਨਾ ਆ, ਇਹਦਾ ਮਤਲਬ ਜਾਂ ਤਾਂ ਫਿਰ ਉਹਦਾ ਕੋਈ ਪ੍ਰੂਵ ਕਰਨਾ ਬਹੁਤ ਔਖਾ ਨਾ। ਤੁਸੀਂ ਉਹਦਾ ਸੋਸ਼ਲ ਸਟਰਕਚਰ ਕਿੱਥੇ ਹੈ, ਉਹਦੇ ਫਾਈਨੈਂਸ਼ੀਅਲ ਸਪੋਰਟ ਕਿੱਥੇ ਜਾ ਕੇ ਉਹ ਲੋਅਰ ਕਰੂਗੀ, ਤੇ ਉਹਦੇ ਇਮੋਸ਼ਨਲੀ ਜਿੰਨੀ ਉਸਨੂੰ ਡਰੇਨ ਹੋਣਾ ਪੈਣਾ ਉੱਥੇ ਤੱਕ ਜਾਣ ਲਈ, ਰਾਈਟ? ਉਹਦੇ ਬੱਚੇ, ਜੇ ਔਰਤ ਹੈ ਕੋਈ, ਉਹਦੇ ਬੱਚੇ ਹੈ ਨਾ, ਤਾਂ ਉਸਦੇ ਬੱਚੇ ਕਹਿਣਗੇ ਮਾਂ ਤੂੰ ਨਾ ਜਾ, ਸਾਡੇ ਵਿਆਹ ਨਹੀਂ ਹੋਣੇ, ਸਾਡੇ ਇਨ-ਲॉज ਵੀ ਸਾਨੂੰ ਇਦਾਂ ਕਹਿਣਗੇ, ਰਾਈਟ? ਅਸੀਂ ਜਿੱਥੇ ਕੰਮ ਕਰਾਂਗੇ ਉਹ ਵੀ ਕਹਿਣਗੇ ਵੀ ਤੇਰੀ ਮਾਂ ਨੇ ਇਦਾਂ ਕਿਹਾ ਆ। ਅੱਛਾ, ਬਹੁਤੇ ਤਾਂ ਆਪਣੇ ਵਰਗੇ ਹੱਸਣਗੇ ਕਮਲੇ, ਅੱਛਾ ਲੈ ਬੰਦੇ ਨੇ ਉਹ ਤਾਂ ਵਿਆਹੀ ਹੋਈਆਂ, ਉਹਦਾ ਕਿੱਦਾਂ ਰੇਪ ਹੋ ਸਕਦਾ? ਆਹ ਵਾਲਾ ਜਿਹੜਾ ਆਪਣਾ ਇਨਸਾਨੀਅਤ ਦੇ ਜਿਹੜੇ ਆਪਾਂ ਜਿਸ ਤਰ੍ਹਾਂ ਮੈਜਰ ਕਰਦੇ ਆ ਨਾ ਆਪਣੇ ਆਪ ਨੂੰ ਵੀ ਮੈਂ ਕਿਹੋ ਜਿਹਾ ਇਨਸਾਨ ਹਾਂ, ਉਹ ਜਿਹੜੀ ਮਿਣਤੀ ਆ ਉੱਥੇ ਆਪਾਂ ਨੂੰ ਜ਼ਿਆਦਾ ਦੇਖਣਾ ਚਾਹੀਦਾ। ਹਾਂ ਕਾਨੂੰਨ ਹੈ, ਕਾਨੂੰਨ ਬਣਦੇ ਵੀ ਹੈਗੇ ਆ, ਪਰ ਮੈਂ ਅਗੇਨ ਜਿਸ ਤਰ੍ਹਾਂ ਵੀ ਮੈਂ ਕਿਹਾ ਵੀ ਬਹੁਤੇ ਕਾਨੂੰਨ ਜਿਹੜੇ ਉਹ ਬੰਦਿਆਂ ਨੇ ਹੀ ਬਣਾਏ ਹੋਏ ਆ, ਰਾਈਟ? ਤੇ ਸਮਾਜ ਦੇ ਵੀ ਜਿਹੜੇ ਕਾਨੂੰਨ ਹੈ, ਧਰਮ ਦੇ ਵੀ ਕਾਨੂੰਨ ਹੈ, ਸਾਰੇ ਬੰਦਿਆਂ ਨੇ ਬਣਾਏ ਹੋਏ। ਉਹਦੇ ਵਿੱਚ ਜੇ ਆਪਾਂ ਬਿਹਤਰ ਸਮਾਜ ਦੀ ਕੋਈ ਆਸ ਰੱਖ ਰਹੇ ਹਾਂ ਤਾਂ ਔਰਤ ਨੂੰ ਉਹਦਾ ਬਣਦਾ ਥਾਂ ਦਿਓ, ਕਿਉਂਕਿ ਉਹ ਔਰਤ ਜਿਹੜੀ ਹੈ ਕੱਲ੍ਹ ਨੂੰ ਤੁਹਾਡੀ ਮਾਂ, ਤੁਹਾਡੀ ਬੱਚੀ ਜਿਹੜੀ ਹੈ, ਤੁਹਾਡੇ ਵੀ ਬੱਚਿਆਂ ਨੂੰ ਉਹਦੇ ਖਿਆਲ ਰੱਖਣਾ। ਸੋ ਇਹ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਤੁਸੀਂ 100 ਬੰਦੇ ਕੰਮ ਕਰ ਸਕਦੇ ਆ ਤੇ ਜਿਹੜੇ 50 ਬੰਦੇ ਉਹਨੂੰ ਕਿਹਾ ਵੀ ਤੂੰ ਆਰਾਮ ਨਾਲ ਬੈਠੀ ਰਹਿ, ਅਸੀਂ ਕਰਾਂਗੇ, ਹੈ ਨਾ। ਸਮਾਜ ਦੀ ਇਕਨੋਮਿਕ ਜਿਹੜੀ ਪਰਫਾਰਮੈਂਸ ਆ ਉਹ ਵੀ ਘੱਟ ਹੈ, ਕਿਉਂਕਿ 50% ਜਿਹੜੀਆਂ ਔਰਤਾਂ ਤੁਸੀਂ ਉਹਨਾਂ ਨੂੰ ਰੱਖਿਆ ਹੋਇਆ ਵੀ ਤੂੰ ਛੋਟੀ ਹੈ, ਤੂੰ ਕੰਮ ਕਰਨਾ, ਹੈ ਨਾ। ਸੋ ਤੁਸੀਂ ਸੇਮ ਥਿੰਗ ਫॉर ਪ੍ਰੋਗਰੈਸ, ਭਾਵੇਂ ਤੁਸੀਂ ਦਿਮਾਗ ਦੀ ਗੱਲ ਕਰਦੇ ਹੋ, ਕੋਈ ਔਰਤ ਕਹਾਣੀ ਲਿਖਦੀ ਹੈ, ਕੁਝ ਸਿੱਖਣਾ ਚਾਹੁੰਦੀ ਹੈ, ਕੁਝ ਪੜ੍ਹਨਾ ਚਾਹੁੰਦੀ ਹੈ, ਕੁਝ ਐਕਸਪਲੋਰ ਕਰਨਾ ਚਾਹੁੰਦੀ ਹੈ, ਕੋਈ ਡਾਇਲੌਗ ਕਰਨਾ ਚਾਹੁੰਦੀ ਹੈ, ਜਿਸ ਤਰ੍ਹਾਂ ਆਪਾਂ ਕਰ ਰਹੇ ਹਾਂ ਨਾ, ਉਸ ਨੂੰ ਉਹ ਗੱਲ ਕਰਨ ਦਾ ਵੀ ਜੇ ਤੁਸੀਂ ਦਾਇਰਾ ਨਹੀਂ ਪ੍ਰੋਵਾਈਡ ਕਰ ਰਹੇ ਤਾਂ ਤੁਸੀਂ ਕਲੈਕਟਿਵਲੀ ਆਪਣੇ ਸਮਾਜ ਨੂੰ ਪਿੱਛੇ ਰੱਖ ਰਹੇ ਹੋ। ਜਿੰਨੀ ਦੇਰ ਮਰਜ਼ੀ ਰੱਖ ਲਓ, ਇਟ ਵਿਲ ਸਟੇ, ਰਾਈਟ? ਪਰ ਇਵੈਂਚੁਅਲੀ ਜਿਹੜੀ ਹੈ ਜ਼ਰੂਰਤ ਇਸ ਦੀ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਜਿਹੜੀਆਂ ਹੈਗੀਆਂ ਉਹ ਪਬਲਿਕ ਸਪੈਕਟਰਮ ਤੇ ਆ ਕੇ ਗਲਤੀਆਂ ਕਰਨ। ਮੈਥੋਂ ਪਤਾ ਨਹੀਂ ਅੱਜ ਕਿੰਨੀਆਂ ਗਲਤੀਆਂ ਬੋਲ ਹੋ ਗਿਆ ਹੋਣਾ ਤੇ ਹਜ਼ਾਰਾਂ ਬੰਦੇ ਮੈਨੂੰ ਗਾਈਡੈਂਸ ਵੀ ਦੇਣਗੇ, ਸੋ ਆਈਮ ਹੈਪੀ ਫॉर दैट। ਪਰ ਜੇ ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ ਤਾਂ ਤੁਸੀਂ ਉਸ ਨੂੰ ਉਹ ਮਾਈਕ ਵੀ ਨਹੀਂ ਦੇਣਾ ਗੱਲ ਕਰਨ ਦਾ, ਹੈ ਨਾ। ਤੇ ਤੁਸੀਂ ਸੋਸ਼ਲ ਸਪੈਕਟਰਮ ਤੇ ਗੱਲ ਨਹੀਂ ਕਰ ਰਹੇ। ਕੋਈ ਔਰਤ ਨੇ ਕੋਈ ਪ੍ਰੋਗਰਾਮ ਕਰ ਲੈਣਾ, ਉਹਦੇ ਹਜ਼ਾਰਾਂ ਉਹਦੇ ਇਹ ਕੀ ਕਰ ਰਹੀ ਹੈ, ਉਹ ਕੀ ਕਰ ਰਹੀ ਹੈ ਨਾ, ਤੁਸੀਂ ਮਤਲਬ ਨੈਗੇਟਿਵਲੀ ਉਸ ਚੀਜ਼ ਨੂੰ ਕਰਦੇ ਹੋ। ਬੰਦੇ ਇਕੱਠੇ ਹੁੰਦੇ, ਆ ਜਾਓ ਜੀ, ਹਾਜੋ। ਮੈਂ ਤੁਹਾਨੂੰ ਗੱਲ ਦੱਸਦੀ ਆ, ਇੱਕ ਵਾਰੀ ਨਾ ਆਪਣੇ ਤੁਹਾਡੇ ਆਡੀਅנס ਕਹਿੰਦੇ ਹੋਣੇ ਮੀਰਾ ਬਹੁਤ ਬੋਲਦੀ ਆ। ਇੱਕ ਵਾਰੀ ਮੈਂ ਇੱਥੇ ਇੱਕ ਕਿੰਗ ਮੇਕਰ ਨੇ, ਹੈ ਨਾ ਜੀ, ਵਾਈਟ ਕਮਿਊਨਿਟੀ ਤੋਂ ਨਾ ਕਿੰਗ ਮੇਕਰ ਨੇ, ਹੈ ਨਾ। ਤੇ ਮੈਂ ਉਹਨਾਂ ਨਾਲ ਜਾ ਕੇ ਆਈ ਆਫ ਕੋਰਸ ਮੈਂ ਕਿਹਾ ਜਾ ਕੇ ਆਮ ਜਸਟ ਗੋਇੰ ਟੂ ਗੋ ਮੀਟ ਐਂਡ ਫਿਗਰ ਆਊਟ ਵਾਟਸ ਅਪ, ਹੈ ਨਾ। ਤੇ ਆਫ ਕੋਰਸ ਹੀ ਸਪੋਕ ਇਨ ਇੰਗਲਿਸ਼, ਪਰ ਮੈਂ ਉਹਨਾਂ ਨੂੰ ਪੰਜਾਬੀ ਤਰਜਮਾ ਆਪਣੇ ਜਿਹੜੇ ਦੱਸਦੀ ਹਾਂ ਕਿ ਉਹਨਾਂ ਨੇ ਇਹ ਗੱਲ ਦੱਸੀ ਕਿ ਅਸੀਂ ਔਰਤਾਂ ਨੂੰ, ਪੰਜਾਬੀ ਔਰਤਾਂ ਨੂੰ ਜਾਂ ਇੰਡੀਅਨ ਔਰਤਾਂ ਨੂੰ ਘੱਟ ਟਿਕਟਸ ਦਿੰਦੇ ਆ। ਉਹ ਇਸ ਕਰਕੇ ਕਿ ਜਿਹੜੇ ਬੰਦੇ ਆ ਉਹ ਇੱਕ ਵਾਰੀ ਆਵਾਜ਼ ਮਾਰਦੇ ਆ ਤੇ ਹਾਲਾਂ ਦੇ ਹਾਲ ਭਰ ਜਾਂਦੇ ਆ,
ਪੋਲਿਟਿਕਸ ਦੀ ਗੱਲ ਕਰਦੀ ਹਾਂ ਵੀ ਜਦੋਂ ਅਸੀਂ ਪੋਲੀਟੀਕਲ ਰੈਲੀਜ਼ ਕਰਦੇ ਹਾਂ ਤਾਂ ਬੰਦਿਆਂ ਦੇ ਹਾਲਾਂ ਦੇ ਹਾਲ ਭਰ ਜਾਂਦੇ ਆ। ਕਹਿੰਦੇ ਜੇ ਅਸੀਂ ਔਰਤ ਨੂੰ ਅਸੀਂ ਅੱਗੇ ਕਰਦੇ ਹਾਂ ਤਾਂ ਕਹਿੰਦੇ ਉਹ ਸਾਨੂੰ ਅਟ੍ਰਿਸ਼ਨ ਨਹੀਂ ਮਿਲਦੀ, ਉਹ ਰਿਐਕਸ਼ਨ ਨਹੀਂ ਮਿਲਦਾ, ਉਹਨੀਆਂ ਵੋਟਾਂ ਨਹੀਂ ਮਿਲਦੀਆਂ। ਤੁਸੀਂ ਇਸ ਗੱਲ ਨੂੰ ਮਿਹਣਾ ਮੰਨੋ। ਮੈਂ ਇਹ ਕਹਿੰਦੀ ਹਾਂ ਵੀ ਜੇ ਇਸ ਨੂੰ ਕੋਈ ਬੰਦਾ ਇਸ ਗੱਲ ਨੂੰ ਮਿਹਣਾ ਮੰਨੋ ਕਿ ਤੁਹਾਡੀ ਮਰਦਾਂ ਦੀ ਮਤਲਬ ਇਸ ਦੇ ਵਿੱਚ ਕੋਈ ਬਹਾਲਤਾ ਨਹੀਂ ਹੈ, ਬੇਇੱਜ਼ਤੀ ਹੈ। ਉਹ ਕਿੱਦਾਂ ਜੀ? ਤੁਸੀਂ ਆਪਣੀਆਂ ਮਤਲਬ ਆਪਣੀ ਬੱਚੀ ਬਾਰੇ ਸੋਚ ਸਕਦੇ ਹੋ। ਤੁਸੀਂ ਹੋ ਸਕਦਾ ਵੀ ਕੱਲ ਨੂੰ ਤੁਹਾਡੀ ਬੱਚੀ ਹੋਵੇ ਨਾ, ਉਹ ਕਵੇ ਵੀ ਮੈਂ ਪੋਲਿਟਿਕਸ ਦੇ ਵਿੱਚ, ਉਹ ਇੰਟੈਲੀਜੈਂਟ ਆ ਜਿਹੜਾ ਮੁੰਡਾ ਤੁਹਾਡਾ, ਉਹ ਕਹਿੰਦਾ ਜੀ ਹਮ ਤਾਂ ਮौज ਕਰਾਂਗੇ, ਮੋਟਰਸਾਈਕਲ ਚਲਾएंगे, ਇੱਦਾਂ ਕਰਕੇ ਫੋਟੋਆਂ ਖਿਚਾएंगे, ਚਲ ਮਾੜੀ ਮੋਟੀ ਜਿਹੜੀ ਆ $15-10 ਦੀ ਰੋਟੀ ਖਾ ਲੈਣੀ ਹੈ, ਜਾਂ ਬਾਪੂ ਜੀ ਤੁਸੀਂ ਬਹੁਤ ਵੱਡਾ ਬਣਾ ਲਿੱਤਾ, ਮੈਂ ਤਾਂ ਮौज ਕਰਨੀ ਹੈ। ਜਿਹੜੀ ਤੁਹਾਡੀ ਬੇਟੀ ਹੈ ਪਰ ਉਹ ਸ਼ੀ ਹੈਜ਼ ਵਰਕਡ ਹਾਰਡ, ਉਹਨੇ ਜਿੱਦਾਂ ਤੁਸੀਂ ਕਹੋ ਵੀ ਪਿੰਡ ਦੇ ਰੈਸਟੋਰੈਂਟ ਦੇ ਵਿੱਚ ਸਰਵਿੰਗ ਜੋਬ ਵੀ ਕੀਤੀ, ਉਹਨੇ ਕੱਪੜਿਆਂ ਦੇ ਸਟੋਰ 'ਤੇ ਵੀ ਕੰਮ ਕੀਤਾ, ਉਹਨੇ ਫਿਰ ਸਟੱਡੀ ਵੀ ਕੀਤੀ, ਸਾਰਾ ਕੁਝ ਕਰਕੇ ਉਹਨੂੰ ਸਾਰੀ ਦੁਨੀਆ ਦਾ ਪਤਾ ਲੱਗ ਗਿਆ, ਉਹਨੂੰ ਚੇਟਕ ਲੱਗ ਗਈ ਹੁਣ ਵੀ ਨਹੀਂ ਮੈਂ ਸੁਧਾਰਨਾ ਸਮਾਜ, ਮੈਂ ਜਾ ਕੇ ਉਹ ਲਾਅ ਵੀ ਕਰ ਲੈਂਦੀ ਹੈ ਸਪੋਜ਼ ਕਰ ਲਓ ਜਾਂ ਕਿਸੇ ਵੀ ਕੰਮ ਕਰਦੀ। ਪਰ ਉਸ ਤੋਂ ਬਾਅਦ ਉਹ ਕਹਿੰਦੀ ਵੀ ਓਕੇ ਵਟ ਅਲਟੀਮੇਟਲੀ ਰੌਲਾ ਇਹ ਹੈ ਕਿ ਪੋਲੀਟੀਸ਼ੀਅਨਸ ਨੇ ਦੈਟ ਨੀਡਸ ਟੂ ਬੀ ਚੇਂਜਡ। ਵਾਈ ਪੋਲਿਟਿਕਸ ਕਿਉਂ ਕਰਨਾ ਯਾਰ, ਛੱਡੋ। ਉਹ ਤੁਹਾਨੂੰ ਜਵਾਬ ਇਹ ਦਿੰਦੀ ਹੈ politicians are there to make policies. Politicians are not here to come and ask for ਵੋਟਾਂ ਤੇ ਉਸ ਤੋਂ ਬਾਅਦ ਫੋਟੋਆਂ ਖਿਚਾ ਕੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ। they are there to make policies and policies impact my life ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਉਸ policies ਨੇ ਇੰਪੈਕਟ ਕਰਨੀ ਹੈ। and that is why I want to run in politics। ਤੇ ਉਹ 5-7 ਤੁਹਾਨੂੰ ਵੱਡੀਆਂ ਐਗਜ਼ਾਮਪਲ ਦਿੰਦੀ ਆ। ਹੁਣ ਤੁਸੀਂ ਸੋਚਦੇ ਹੋ ਵੀ ਕਮਾਲ ਹੋ ਗਿਆ, ਮੇਰਾ ਮੁੰਡਾ ਤਾਂ ਮਤਲਬ ਮौज ਕਰਦਾ ਤੇ ਇਹ ਬੱਚੀ ਨੇ ਮੈਨੂੰ ਐਡੀ ਲਿਸਟ ਦੇਤੀ। ਓਕੇ ਚੱਲ ਬੱਚੀ ਮੈਂ ਤੈਨੂੰ ਸਪੋਰਟ ਕਰਦਾ, ਰਾਈਟ, and then you try to find a way for her to get into politics so she can not only ਆਪਣੇ ਡ੍ਰੀਮ ਪੂਰੇ ਕਰ ਸਕੇ ਪਰ ਉਹਦੇ ਉਹ ਡ੍ਰੀਮ ਜੋ ਮੈਂ ਸਮਾਜ ਨੂੰ ਬਿਹਤਰ ਕਰਨੇ ਆ। ਤੁਹਾਨੂੰ ਪਤਾ ਉਹਦੇ ਕੋਲ ਆਈਡੀਆ, ਤੁਹਾਨੂੰ ਪਤਾ ਉਹਦੇ ਕੋਲ ਪੈਸ਼ਨ ਹੈ, ਤੁਹਾਨੂੰ ਪਤਾ ਇਸ ਕੋਲ ਕੈਪੇਬਿਲਿਟੀ ਹੈ, ਬਟ ਰੈਸਟ ਜਿਹੜੇ ਤੁਹਾਡੇ ਫਰੈਂਡਸ ਆ ਸਾਡੇ ਯਾਰ ਕੁੜੀਆਂ ਥੋੜਾ ਜਾਂਦੀਆਂ ਹੁੰਦੀਆਂ ਪੋਲਿਟਿਕਸ ਦੇ ਵਿੱਚ। ਤੁਸੀਂ ਹਾਊ ਵੁੱਡ ਯੂ ਫੀਲ ਇਨ ਦੈਟ ਪਰਸਪੈਕਟਿਵ, ਰਾਈਟ? ਸੋ ਆਈ ਥਿੰਕ ਇਸ ਕਰਕੇ ਤੁਸੀਂ ਕਾਬਲ ਜਾਂ ਨਾਕਾਬਲ ਦਾ ਪਹਿਲੂ ਡਿਫਰੈਂਟ ਹੈ, ਪਰ ਜੋ ਤੁਹਾਨੂੰ ਦੱਸ ਰਹੀ ਹੈ ਕਿ ਇਕੁਅਲੀ ਕੇਪੇਬਲ ਦੋ ਕੈਂਡੀਡੇਟਸ ਨੇ, ਮੈਨ ਐਂਡ ਅ ਵੂਮਨ ਐਂਡ ਅ ਮੈਨ, ਤੇ ਤੁਸੀਂ ਸ਼ਾਇਦ ਘੱਟ ਵੀ ਹੋਵੇ, ਮੋਸਟਲੀ ਜਿਹੜੀਆਂ ਹੁੰਦੀਆਂ ਵੂਮਨ ਆਰ ਮੋਰ ਕੁਆਲੀਫਾਈਡ ਜਨਰਲੀ, ਸਟੈਟਿਸਟਿਕਸ ਆਪਣੇ ਕੈਨੇਡਾ ਅਮਰੀਕਾ ਦਾ ਤਾਂ ਹੈਗਾ ਹੈ ਨਾ। ਸੋ ਉਸ ਦੇ ਵਿੱਚ ਤੁਸੀਂ ਜਦੋਂ ਤੁਸੀਂ ਹੱਕ ਤੋਂ ਵੱਧ ਕੋਈ ਚੀਜ਼ ਲੈਣੀ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਨੂੰ ਇੱਦਾਂ ਹੁੰਦਾ ਵੀ ਮੈਂ ਕਮਾਇਆ ਨਹੀਂ ਇਹ ਤੇ ਉਹ ਬਦਕਾਰੀ ਹੈ। ਸੋ ਜੇ ਮੈਂ ਕਹਿੰਦੀ ਹਾਂ ਵੀ ਬੰਦਿਆਂ ਨੂੰ ਇਸ ਗੱਲ ਦੀ ਥੋੜ੍ਹੀ ਸ਼ਰਮ ਇਜ਼ ਅ ਰੋਂਗ ਵਰਡ, ਪਰ ਤੁਹਾਨੂੰ ਫੀਲ ਹੋਣਾ ਚਾਹੀਦਾ ਵੀ ਮੇਰਾ ਹੱਕ ਨਹੀਂ ਬਣ ਰਿਹਾ ਤੇ ਮੈਂ ਕਿਸੇ ਹੋਰ ਦੇ ਹੱਕ ਤੋਂ ਲੈ ਰਿਹਾ। ਮੈਂ ਇਹ ਗੱਲ ਕਰਦੀ ਹਾਂ। ਜੇ ਔਰਤ ਮੋਰ ਕੁਆਲੀਫਾਈਡ ਹੈ ਦੈਨ ਵਾਈ ਆਰ ਵੀ ਨਾਟ ਗੈਟਿੰਗ ਟੂਗੇਦਰ ਬਿਹਾਈਂਡ ਹਰ ਟੂ ਸਪੋਰਟ ਹਰ? ਜੇ ਹੁਣ ਤੱਕ ਇਹ ਸਾਰੀ ਜਰਨੀ ਨੂੰ ਦੇਖਦੇ ਹਾਂ ਅਸੀਂ, ਅੱਜ ਇਹ ਇਨਸੀਡੈਂਟ ਆਇਆ ਜਿਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਇਹਨੂੰ ਤੁਸੀਂ ਕੀ ਸੋਚਦੇ ਹੋ ਵੀ ਔਰਤ ਨੇ ਇੱਥੇ ਤੱਕ ਤਰੱਕੀ ਕਰ ਲਈ ਹੈ, ਉਹ ਹੌਲੀ ਅੱਗੇ ਵਧ ਰਹੀ ਹੈ, ਜਿਹਦਾ ਇੱਕ ਪਾਰਟ ਇਹ ਆ, ਜਾਂ ਇਹ ਸਾਡੇ ਸਮਾਜ ਦਾ ਨਿਗਾਰ ਆ ਕੇ ਉਹ ਸਮਾਜ ਦੀਆਂ ਸਾਨੂੰ ਉਹ ਗੱਲਾਂ ਡਿਸਕਸ ਕਰਨੀਆਂ ਪੈ ਰਹੀਆਂ? ਨਾ, ਕੋਈ ਨਿਗਾਰ ਨਹੀਂ ਹੈ। ਜਦੋਂ ਤੁਸੀਂ ਕੋਈ ਨਵੇਂ ਰਾਹਾਂ ਤੇ ਚੱਲਦੇ ਹੋ, ਨਵੀਂ ਜੌਬ ਤੇ ਵੀ ਲੱਗਦੇ ਹੋ, ਤੁਹਾਡੇ ਤੋਂ ਗਲਤੀਆਂ ਹੁੰਦੀਆਂ, ਰਾਈਟ? ਸੋ ਮੈਂ ਉਸ ਬੱਚੀ ਦੀ ਜਾਂ ਬੱਚੀਆਂ ਜਿਹੜੀਆਂ ਵੀ ਇੱਥੇ ਥਾਂ ਤੇ, ਜਿਸ ਤਰ੍ਹਾਂ ਉਸ ਥਾਂ ਤੇ ਉਹਨਾਂ ਨੇ ਇੱਕ ਇਫ ਦੇ ਹੈਵ ਕਮਿਟਡ ਦੈਟ ਵਨ ਐਕਟ ਔਰ ਮਲਟੀਪਲ ਟਾਈਮਸ ਡਜ਼ਨਟ ਮੈਟਰ, ਤੇ ਜੇ ਉਹਨਾਂ ਨੂੰ ਕਹੋ ਵੀ ਓਕੇ ਜ਼ਿੰਦਗੀ, ਤੁਸੀਂ ਉਹਨਾਂ ਬੱਚਿਆਂ ਦੇ ਲਈ ਮੈਸੇਜ ਮੇਰੇ ਕੋਲ ਇਹ ਆ ਕਿ ਗੈਟ ਅਪ, ਫਿਗਰ ਆਊਟ ਅ ਵੇ ਦੈਟ ਯੂ ਹੈਵ ਗਿਵਨ ਅ ਪਾਵਰ ਟੂ ਅ ਮੈਨ, ਵੀ ਉਹ ਤੁਹਾਨੂੰ ਜਿੱਦਾਂ ਜਾਨਵਰਾਂ ਨੂੰ ਪੈਸਾ ਲੈ ਕੇ ਤੁਹਾਨੂੰ ਉਹ ਰੋਟੀ ਤੇ ਉਹ ਜਿੱਦਾਂ ਰੋਟੀ ਪਾਣੀ ਦੇ ਰਿਹਾ ਉਹ ਡੰਗਰਾਂ ਨੂੰ, ਹੈ ਨਾ, ਤੇ ਉਸ ਤਰ੍ਹਾਂ ਉਸਨੇ ਬੰਦੇ ਕੋਲੇ ਪਾਵਰ ਹੈ ਪੈਸੇ ਦੀ ਤੇ ਉਹਨੇ ਤੁਹਾਨੂੰ ਕਹਿਤਾ ਵੀ ਆ ਲੈ ਪੈਸੇ, ਹੁਣ ਤੂੰ ਜਾ ਕੇ ਰੋਟੀ ਆਪਣੀ ਖਾ ਲਈ। ਤੁਸੀਂ ਬੰਦੇ ਨੂੰ ਆਪਣੇ ਤੋਂ ਉੱਤੀ ਦੇ ਲੈਵਲ ਦਿੱਤਾ। ਯੂ ਨੀਡ ਟੂ ਗੋ ਬੈਕ ਟੂ ਦੈਟ, ਉਸ ਪਾਵਰ ਨੂੰ ਸ਼ਿਫਟ ਕਰਨਾ ਪੈਣਾ ਕਿ ਤੁਹਾਨੂੰ ਕਦੇ ਵੀ ਕਿਸੇ ਬੰਦੇ ਨੂੰ ਦੀ ਵੇਟ ਨਾ ਕਰਨੀ ਪਵੇ ਕਿ ਉਹ ਤੁਹਾਨੂੰ ਪ੍ਰੋਵਾਈਡ ਕਰੇ। ਯੂ ਬਿਕਮ ਐਜੂਕੇਟਿਡ ਇਨਫ, ਤੁਸੀਂ ਆਪਣੇ ਆਪ ਨੂੰ ਅਵੇਅਰ ਇੰਨਾ ਕਰੋ ਕਿ ਉਸ ਪੋਜੀਸ਼ਨ ਤੇ ਆ ਜਾਓ, ਸੰਜਮ ਨਾਲ ਰਹਿ ਜਾਓ। ਜ਼ਰੂਰੀ ਨਹੀਂ ਹੈ ਵੀ ਬੰਦਿਆਂ ਵਾਂਗੂ ਵੱਡੇ ਘਰ ਲੈਣੇ ਆ ਜਾਂ ਤੁਸੀਂ ਬੋਟਸ ਚਲਾਉਣੀ ਆ ਜਾਂ ਮੋਟਰਸਾਈਕਲ ਚਲਾਉਣੇ ਆ। ਜੇ ਤੁਹਾਡੇ ਕੋਲ ਪੁਰਾਣੀ ਜੀ 2000 ਦੀ ਕਾਰ ਵੀ ਹੁੰਦੀ ਹੈ, learn to get into this, because once you will start working for yourself, once you will know your worth, you will have to pay the price, but you will get to the whatever the Mercedes that you want if you want it. ਇਹਨੂੰ ਅਸੀਂ 150 ਸਾਲ ਅਗਲੇ ਆਉਣ ਵਾਲੇ 'ਚ ਦੇਖਦੇ ਹਾਂ, ਅੱਜ ਦੀ ਸਟੇਜ ਨੂੰ ਜਿੱਥੇ ਕੈਨੇਡਾ ਦੇ ਵਿੱਚ ਅਸੀਂ ਖੜੇ ਆ ਇਸ ਵੇਲੇ ਗੱਲ ਕਰ ਰਹੇ ਹਾਂ, ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸੁਸਾਇਟੀ ਦੇ ਵਿੱਚ ਹੋ ਰਹੀਆਂ, ਕੀ ਇਹ ਸਹੀ ਦਿਸ਼ਾ ਦੇ ਵਿੱਚ ਨੇ ਕਿ ਔਰਤ
ਠੀਕ ਦਿਸ਼ਾ ਦੇ ਵਿੱਚ ਅੱਗੇ ਵਧ ਰਹੀ ਹੈ ਜਾਂ ਕਿਤੇ ਨਾ ਕਿਤੇ ਕੁਝ ਗੜਬੜ ਹੈ? ਨਹੀਂ, ਬਿਲਕੁਲ ਜਾ ਰਹੀ, ਠੀਕ ਜਾ ਰਹੀ, ਬਿਲਕੁਲ ਸਹੀ ਜਾ ਰਹੀ ਔਰਤ। ਜੇ ਇਦਾਂ ਦੀਆਂ ਗੱਲਾਂ ਸਾਹਮਣੇ ਵੀ ਆਉਣ ਕਿ ਇਦਾਂ ਹੁੰਦਾ, ਉਹ ਤਾਂ ਪਹਿਲਾਂ ਵੀ ਹੋ ਰਹੀਆਂ ਸਾਹਮਣੇ, ਜੇ ਹੁਣ ਆ ਗਈਆਂ ਤਾਂ ਇਟਸ ਓਕੇ, ਯੂ ਨੋ ਆਈ ਡੋਂਟ ਰੀਲੀ ਹੈਵ ਅ ਪ੍ਰੋਬਲਮ। ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿੰਨੀਆਂ ਗਲਤੀਆਂ ਉੱਥੋਂ ਪਤਾ ਲੱਗਦਾ ਆਪਾਂ ਨੂੰ ਸਮਾਜ ਤੋਂ ਵੀ ਕਿੱਥੇ ਗਲਤੀ ਹੋ ਗਈ, ਹੁਣ ਆਪਾਂ ਨੂੰ ਉਹ ਪੇਨ ਸੋਰਸ ਪਤਾ ਲੱਗ ਗਿਆ, ਵੀ ਸ਼ੁੱਡ ਗੋ ਐਂਡ ਫਿਕਸ ਇਟ। ਜੇ ਤੁਹਾਨੂੰ ਲੱਗਦਾ 20 ਘੰਟਿਆਂ ਦੇ ਨਾਲ ਬੱਚੀਆਂ ਜਾਂ ਬੱਚੇ ਜਿਹੜੇ ਆਪਣੇ ਆਪ ਨੂੰ ਸਪੋਰਟ ਨਹੀਂ ਕਰ ਸਕਦੇ, ਗੋ ਟਾਕ ਟੂ ਦ ਗਵਰਨਮੈਂਟ ਐਂਡ ਜਸਟ ਸੇ 30 ਆਵਰਸ ਕਰੋ ਸਾਡੇ ਸਟੂਡੈਂਟਸ ਨੂੰ, ਰਾਈਟ? ਗੋ ਫਾਈਂਡ ਸਮ ਸੋਲੂਸ਼ਨਸ ਇੰਸਟੈਡ ਆਫ ਗੋਇੰਗ ਆਫਟਰ ਦੈਟ ਵੂਮਨ। ਉਹ ਫਾਈਨੈਂਸ਼ੀਅਲ ਨੀਡ ਕਰਕੇ ਉੱਥੇ ਗਈ ਆ, ਉਹ ਮੌਜ ਮਸਤੀ ਲਈ ਨਹੀਂ ਗਈ ਸੀ, ਇਟ ਵਾਜ਼ਨਟ ਅ ਲਵ ਅਫੇਅਰ, ਰਾਈਟ? ਜਿਹੜੇ ਇੱਥੋਂ ਦੇ ਬੱਚੇ ਆ, ਕੈਨੇਡੀਅਨ ਬੱਚੇ, ਦੇ ਹੈਵ ਮਲਟੀਪਲ ਲਵ ਅਫੇਅਰਸ, ਉਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ। ਜਿਹੜੇ ਕੈਨੇਡੀਅਨ ਬੱਚੇ ਆ ਨਾ, ਦੇ ਵਿਲ ਹੈਵ ਮੋਰ ਦੈਨ ਵਨ ਬॉयਫ੍ਰੈਂਡਸ, ਰਾਈਟ? ਮੁੰਡਿਆਂ ਦੀ ਵੀ ਗਰਲਫ੍ਰੈਂਡ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੋਈ, ਪਰ ਪ੍ਰੋਸਟੀਟਿਊਸ਼ਨ ਤੇ ਰੌਲਾ ਪੈ ਗਿਆ। ਐਕਟ ਇਜ਼ ਦ ਸੇਮ। ਸੋ ਵਟਸ ਇਨਵੋਲਵਡ ਇਨ ਦੈਟ ਇਜ਼ ਮਨੀ। ਸੋ ਵਟ ਡਜ਼ ਦੈਟ ਟੈਲ ਯੂ? ਦੈਟ ਤੁਸੀਂ ਆਪਣੀਆਂ ਬੱਚੀਆਂ ਨੂੰ ਕੇਪੇਬਲ ਜਾਂ ਇਹ ਸਿਚੁਏਸ਼ਨ ਜਿਸ ਤਰ੍ਹਾਂ ਹੈਂਡਲ ਕਰਨਾ, ਜੇ 20 ਆਵਰਸ ਆਰ ਨਾਟ ਇਨਫ ਦੈਨ ਓਕੇ ਤੁਸੀਂ 30 ਆਵਰਸ ਕਰੋ। ਨਹੀਂ ਕਰਦੀ ਤਾਂ ਸੁਸਾਇਟੀ ਐਡੇ ਵੱਡੇ ਗੁਰਦੁਆਰੇ ਇੰਨਾ ਕੁਝ ਬਣਿਆ ਪਿਆ ਤੇ ਯੂ ਨੋ ਬਥੇਰਿਆਂ ਕੋਲ ਇੰਨੇ ਪੈਸੇ ਆ, ਦੈਰ ਓਕੇ ਮੇਕ ਇੱਕ ਸੁਸਾਇਟੀ ਕ੍ਰੀਏਟ ਕਰ ਲਓ ਵੀ ਜੇ ਬੱਚੀ ਨੂੰ ਜ਼ਰੂਰਤ ਹੈ ਵੀ ਵਿਲ ਸਪੋਰਟ ਹਰ। ਕਿਉਂ ਨਹੀਂ? ਤੁਸੀਂ ਜਾ ਕੇ ਦੁਨੀਆ ਜਹਾਨ 'ਚ ਆਪਾਂ ਡੋਨੇਸ਼ਨਾਂ ਇਕੱਠੀਆਂ ਕਰ ਕਰਕੇ ਸਭ ਨੂੰ ਦਿੰਦੇ ਆ ਤੇ ਬੱਚਿਆਂ ਨੂੰ ਸਪੋਰਟ ਨਹੀਂ ਕਰ ਸਕਦੇ। ਇਫ ਵੀ ਰੀਅਲੀ ਵਾਂਟ ਟੂ ਡੂ ਦਿਸ, ਵਾਈ ਨਾਟ, ਰਾਈਟ? ਸੋ ਆਈ ਥਿੰਕ ਉਸ ਇਸ਼ੂ ਨੂੰ ਸੋਲਵ ਕਰੋ। ਬੱਚੀ ਦੇ ਵਿੱਚ ਕੋਈ ਗਲਤੀ ਨਹੀਂ ਹੈ। ਜੋ ਆਪਾਂ ਸਿਸਟਮ ਬੱਚੀ ਨੂੰ ਪ੍ਰੋਵਾਈਡ ਕੀਤਾ, ਜੋ ਸਮਾਜ ਇੱਥੇ ਪ੍ਰੋਵਾਈਡ ਕੀਤਾ, ਉਹ ਗਲਤੀ ਹੈ। ਸੋ ਸਿਸਟਮ ਨੂੰ ਫੋਕਸ ਕਰੋ, ਭਾਵੇਂ ਉਹ ਬੰਦਾ ਉਸਦੀ ਯੂ ਨੋ। ਹੁਣ ਮੈਂ ਬੱਚਿਆਂ ਨੂੰ ਵੀ ਨਹੀਂ, ਜਿਹੜੇ ਬੱਚੇ ਉਹਦੇ ਕੋਲ ਜਾ ਰਹੇ ਹੋਣੇ, ਈਵਨ ਉਹਨਾਂ ਨੂੰ ਵੀ ਮੈਨੂੰ ਲੱਗਦਾ ਸਪੋਰਟ ਦੀ ਲੋੜ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੀ ਮੈਂਟਲ ਇਲਨੈਸ ਦੀ ਹੈ। ਬਟ ਅਲਟੀਮੇਟਲੀ ਦ ਫੋਕਸ ਇਜ਼ ਵਟ ਇਜ਼ ਰੋਂਗ ਇਨ ਟੂ ਦ ਸਿਸਟਮ। ਫਾਈਨੈਂਸ਼ਲੀ ਜਿਹੜੀਆਂ ਉਹਦੇ 'ਚ ਇਸ਼ੂਜ਼ ਕ੍ਰੀਏਟ ਕੀਤੀਆਂ ਹੋਈਆਂ, ਬੱਚਿਆਂ ਕੋਲ ਸੈਲਫ ਕੌਨਫੀਡੈਂਸ ਨਹੀਂ। ਜੇ ਮੁੰਡੇ ਉੱਥੇ ਜੌਬਸ ਕਰ ਸਕਦੇ ਦੈਨ ਵਾਈ ਨਾਟ ਗਰਲਸ? ਕੁੜੀਆਂ ਨੂੰ ਜੌਬਸ ਕਿਉਂ ਨਹੀਂ ਮਿਲ ਰਹੀਆਂ? ਮੁੰਡਿਆਂ ਨੂੰ ਤਾਂ ਮੈਂ ਸੁਣਿਆ ਨਹੀਂ ਪ੍ਰੋਸਟੀਟਿਊਟ ਕਰ ਰਹੇ, ਪ੍ਰੋਸਟੀਟਿਊਸ਼ਨ ਕਰਦੇ ਪਏ ਆ ਜਾਂ ਜਿਹੜੇ ਮੁੰਡੇ ਆ ਰਹੇ, ਹਾਊ ਆਰ ਦੇ ਫਾਈਂਡਿੰਗ ਦੈਮਸੈਲਵਸ? ਉਹਨਾਂ ਨੂੰ ਉਹ ਕਿੱਦਾਂ ਸਰਵਾਈਵ ਕਰ ਰਹੇ ਆ? ਕਿ ਉਹਨਾਂ ਨੂੰ ਜੌਬਸ ਬਿਹਤਰ ਮਿਲ ਰਹੀਆਂ, ਕਿ ਉਹ ਆਡ ਆਵਰਸ ਕਰ ਸਕਦੇ ਆ, ਰਾਈਟ? ਕੀ ਗੱਲ ਹੈ? ਸੋ ਆਪਾਂ ਨੂੰ ਆਈ ਥਿੰਕ ਵੀ ਨੀਡ ਟੂ ਲੁੱਕ ਫॉर ਦੋਜ਼ ਰੀਅਲ ਇਸ਼ੂਜ਼। ਉਸ ਤੋਂ ਅੱਗੇ ਤੁਰਨ ਦੇ ਲਈ ਆਪਾਂ ਸਿਰਫ ਉਸ ਬੱਚੀ ਤੇ ਜਾਂ ਇੱਕ ਪ੍ਰੋਸਟੀਟਿਊਸ਼ਨ ਤੇ ਫੋਕਸ ਨਹੀਂ ਕਰੀਏ। ਜਿਹੜਾ ਵੱਡੇ ਸਮਾਜ ਦੇ ਦਾਇਰੇ ਦੇ ਵਿੱਚ ਇਸ਼ੂਜ਼ ਨੇ ਤੇ ਉਹਦੇ ਪ੍ਰਤੀ ਆਪਾਂ ਕੀ ਐਕਟੀਵਿਟੀ ਕਰ ਸਕਦੇ ਹਾਂ ਬਿਸਾਈਡ ਜਸਟ ਟਾਕਿੰਗ ਅਬਾਊਟ ਇਟ ਵਟਐਵਰ ਐਲਸ, ਐਂਡ ਦੈਨ ਵਟ ਫਰਦਰ ਵੀ ਕੈਨ ਡੂ। ਸੋ ਇਹਦਾ ਇੱਕ ਆਖਰੀ ਸਵਾਲ, ਕੁਝ ਜਿਹੜੇ ਸੈਗਮੈਂਟ ਆ ਸਮਾਜ ਦਾ, ਉਹਦੇ ਨਾਲ ਹਮੇਸ਼ਾ ਧੱਕਾ ਹੁੰਦਾ, ਔਰਤ ਨਾਲ ਦੋਹਰਾ ਧੱਕਾ ਹੁੰਦਾ। ਇੱਥੇ ਇੱਕ ਹੋਰ ਵਰਗ ਪੈਦਾ ਹੋ ਗਿਆ ਜਿਹਨੂੰ ਅਸੀਂ ਸਟੂਡੈਂਟ ਕਹਿੰਦੇ ਹਾਂ, ਇੰਟਰਨੈਸ਼ਨਲ। ਉਹਨਾਂ ਦਾ ਇਤਰਾਜ਼ ਇਹ ਆ ਕਿ ਇੱਥੋਂ ਵਾਲੇ ਪੱਕੇ, ਇੱਥੋਂ ਦਾ ਮੀਡੀਆ ਇਹ ਸਾਰਾ ਕੁਝ ਜਾਣ ਬੁੱਝ ਕੇ ਉਹਨਾਂ ਨੂੰ ਟਾਰਗੇਟ ਕਰ ਰਿਹਾ। ਮੰਨ ਲਓ ਕੁਝ ਪਰਸੈਂਟ ਉੱਥੇ ਹੈਗੇ ਆ ਤੇ ਪ੍ਰੋਸਟੀਟਿਊਸ਼ਨ ਦੀ ਗੱਲ ਇੱਥੇ ਦਿਆਂ 'ਚ ਕਿਉਂ ਨਹੀਂ ਆਈ? ਇਹ ਤਾਂ ਹੈ ਨਹੀਂ ਕਿ ਇੱਥੇ ਦਿਆਂ 'ਚ ਪਹਿਲਾਂ ਇਹ ਗੱਲ ਹੈ ਨਹੀਂ ਜਾਂ ਉਹਨਾਂ 'ਚ ਕੋਈ ਨਵੀਂ ਆਈ ਆ। ਇਹਨੂੰ ਤੁਸੀਂ ਕਿੱਦਾਂ ਦੇਖਦੇ ਆ? ਇੱਥੇ ਔਰਤ ਵੰਡੀ ਆ, ਇੱਕ ਕਲੀਅਰ ਕੱਟ ਇੱਕ ਲਾਈਨ ਡਰਾ ਕੀਤੀ ਗਈ ਆ ਜਿਹੜੀ ਬੜੀ ਮਾੜੀ ਆ। ਸੋ ਜਦੋਂ ਵੀ, ਐਂਡ ਆਈ ਥਿੰਕ ਜੇ ਤੁਸੀਂ ਹਿਸਟਰੀ, ਕੈਨੇਡਾ ਦੀ ਹਿਸਟਰੀ ਦੇਖਦੇ ਹੋ ਜਾਂ ਈਵਨ ਇੰਡੀਆ, ਕਿਸੇ ਵੀ ਵਰਲਡ ਦੇ ਕਿਸੇ ਵੀ ਹਿਸਟਰੀ ਦੇ ਤੁਸੀਂ ਸਾਰੀ ਦੁਨੀਆ, ਪਹਿਲੀ ਗੱਲ ਤਾਂ ਜਿਹੜੀ ਹਿਸਟੋਰੀਕਲ ਫੈਕਟਸ ਨੇ, ਜਿਹੜੇ ਆਰਕੀਓਲੋਜੀਕਲ ਫੈਕਟਸ ਨੇ, ਤੇ ਉਹਦੇ ਵਿੱਚ ਦੱਸਦੇ ਆ ਕਿ ਜਿਹੜਾ ਪਹਿਲਾ ਮਰਦ ਤੇ ਔਰਤ ਹੋਏ ਅਫਗਾਨਿਸਤਾਨ, ਆਪਣੇ ਅਫਰੀਕਾ ਦੇ ਵਿੱਚ ਹੋਏ, ਪਹਿਲਾ ਮਰਦ ਤੇ ਔਰਤ, ਸਾਰਿਆਂ ਦੇ ਆਪਣੇ ਵੱਡੇ ਵੱਡੇ ਬਾਬੇ ਜਿਹੜੇ ਆ ਉਹ ਅਫਰੀਕਾ ਤੋਂ ਆਏ, ਠੀਕ ਹੈ ਨਾ ਜੀ? ਸੋ ਆਪਾਂ ਨੂੰ ਵਹਿਮ ਹੈ ਕਿ ਯੂ ਨੋ, ਸੋ ਉੱਥੋਂ ਮਾਈਗ੍ਰੇਟ ਹੋ ਕੇ ਉਹ ਏਸ਼ੀਆ ਦੇ ਵਿੱਚੋਂ ਜਾ ਕੇ, ਆਸਟ੍ਰੇਲੀਆ ਤੋਂ ਜਾ ਕੇ ਫਿਰ ਉਹ ਨਿਊ ਅਮਰੀਕਾ ਜਿਹਨੂੰ ਕਹਿੰਦੇ ਆ। ਸੋ ਇਹਦਾ ਮਤਲਬ ਹੈ ਕਿ ਜਿਹੜੀ ਹਿਊਮਨ ਮਾਈਗ੍ਰੇਸ਼ਨ ਦੀ ਹਿਸਟਰੀ ਹੈ ਉਹ ਬਹੁਤ ਪੁਰਾਣੀ ਹੈ, ਪਹਿਲੀ ਗੱਲ। ਸੋ ਇਸ ਨੂੰ ਕੋਈ ਨਵੀਂ ਗੱਲ ਨਹੀਂ। ਦੂਸਰੀ ਗੱਲ ਹੈ ਕਿ ਇਸ ਨੂੰ ਕੋਈ ਰੋਕ ਨਹੀਂ ਸਕਦਾ। ਮਾਈਗ੍ਰੇਸ਼ਨ ਹੋਣੀ ਹੈ, ਇਸ ਨੂੰ ਰੋਕ ਨਹੀਂ ਸਕਦਾ। ਤੀਸਰੀ ਗੱਲ, ਜਦੋਂ ਵੀ ਤੁਹਾਡੇ ਵਾੜੇ ਦੇ ਵਿੱਚ ਜਿੰਨੀ ਕੁ ਰੋਟੀ, ਜਿੰਨੀਆਂ ਰੋਟੀਆਂ ਪੱਕਦੀਆਂ, ਜਦੋਂ ਕੋਈ ਨਵਾਂ ਬੰਦਾ ਆ ਗਿਆ, ਤੁਹਾਨੂੰ ਲੱਗਦਾ ਵੀ ਮੈਨੂੰ ਵੰਡਣੀ ਪੈਣੀ ਹੈ, ਤੇ ਤੁਸੀਂ ਉਸ ਬੰਦੇ ਨੂੰ ਸ਼ਨ ਕਰਦੇ ਹੋ। ਜਿੰਨਾ ਮਰਜ਼ੀ ਪਿਆ ਹੋਵੇ ਵੀ ਗੋਬਿੰਦ ਬਿਨ ਨਹੀਂ ਕੋਏ, ਫਿਰ ਵੀ ਜਦੋਂ ਤੁਹਾਡੇ ਘਰ 'ਚ ਕੋਈ ਤੀਜਾ ਬੰਦਾ, ਚੌਥਾ ਆਉਂਦਾ, ਫਿਰ ਉਹਦਾ ਰੌਲਾ ਪੈਂਦਾ। ਸੋ ਇਹ ਭਾਵੇਂ ਇਟਾਲੀਅਨ ਇੱਥੇ ਆਏ, ਭਾਵੇਂ ਜਰਮਨ ਇੱਥੇ ਆਏ, ਭਾਵੇਂ ਚਾਈਨੀਜ਼ ਇੱਥੇ ਆਏ, ਭਾਵੇਂ ਇੰਡੀਅਨ ਇੱਥੇ 72 'ਚ ਆਏ, ਫਿਰ 92 ਦੇ ਵਿੱਚ ਆਏ, ਤੇ ਹੁਣ ਸਟੂਡੈਂਟਸ ਆ ਰਹੇ ਆ, ਭਾਵੇਂ, ਹੈ ਨਾ, ਭਾਵੇਂ ਉਹ ਆਪਾਂ ਹੁਣ ਆਪਸ ਦੇ ਵਿੱਚ ਹੀ ਕਰਨ ਲੱਗ ਗਿਆ। ਜਦੋਂ ਵੀ ਕੋਈ ਇਮੀਗ੍ਰੇਟ ਕੈਨੇਡਾ ਦੇ ਵਿੱਚ ਕਰੂਗਾ ਜਾਂ ਕਿਸੇ ਕੰਟਰੀ ਦੇ ਵਿੱਚ ਕਰੂਗਾ, ਉਹਨਾਂ ਦੇ ਨਾਲ ਰੌਲਾ ਪੈਣਾ। ਸੋ ਸਟੂਡੈਂਟਸ ਨੂੰ ਬੜਾ ਪਰਸਨਲ ਲੈਣ ਦੀ ਲੋੜ ਨਹੀਂ ਗੀ। ਉਹ ਵੀ ਥੋੜ੍ਹੇ ਸਾਲਾਂ ਬਾਅਦ ਉਹ ਕਹਿਣ ਲੱਗ ਜਾਣਗੇ ਓਕੇ ਵੀ ਠੀਕ ਹੈ, ਹੋਣਾ ਜਿਹੜਾ ਵੀ ਕੋਈ ਹੋਊਗਾ। ਗਲਤ ਹੈ,
ਪਰ ਇਹ ਹੋਣਾ ਆ, ਕਿਉਂਕਿ ਹਮੇਸ਼ਾ ਜਦੋਂ ਕਿਸੇ ਚੀਜ਼ ਦੀ ਵੰਡ ਪੈਂਦੀ ਹੈ, ਇੱਥੇ ਤਾਂ ਟੋਇਲਟ ਪੇਪਰਾਂ ਪਿੱਛੇ ਰੌਲਾ ਪੈ ਗਿਆ ਸੀ ਕੈਨੇਡਾ ਦੇ ਵਿੱਚ, ਤੁਸੀਂ ਅੱਗਾ ਕਿਹੜੀਆਂ ਗੱਲਾਂ ਕਰਦੇ ਹੋ ਨਾ। ਸੋ ਜਿੱਥੇ ਵੀ ਕੋਈ ਡਰ ਲੱਗਦਾ ਵੀ ਮੇਰਾ ਹਿੱਸਾ ਕੋਈ ਲੈ ਲੂਗਾ, ਤਾਂ ਉੱਥੇ ਉਹ ਰੌਲਾ ਪੈਣਾ, ਪਹਿਲੀ ਗੱਲ। ਜਿਹੜੀ ਦੂਸਰੀ ਜਿਹੜੀ ਮਾੜੀ ਹੋਈ, ਤੇ ਜਿਸ ਨੂੰ ਅਟੈਂਡ ਕਰਨਾ ਚਾਹੀਦਾ ਕਿ ਜਿਸ ਬੱਚੀ ਦੇ ਬਾਰੇ ਗੱਲ ਕੀਤੀ ਗਈ ਤੇ ਜਿਸ ਬੱਚੀ ਨੇ ਗੱਲ ਕੀਤੀ, ਉਹ ਦੋਨੇ ਪਹਿਲੀ ਗੱਲ ਤਾਂ ਬੱਚੀਆਂ, ਰਾਈਟ। ਸੋ ਜਿਸ ਬੱਚੀ ਦੇ ਨਾਲ ਇਹ ਐਕਟ ਕਮਿਟ ਕੀਤਾ, ਉਸ ਨੂੰ ਵੀ ਸਪੋਰਟ ਦੀ ਲੋੜ ਹੈ, ਪਰ ਜਿਸ ਬੱਚੀ ਨੇ ਆ ਕੇ ਟੀਵੀ ਤੇ ਗੱਲ ਕੀਤੀ, ਉਸ ਬੱਚੀ ਨੂੰ ਵੀ ਜ਼ਰੂਰਤ ਹੈ, ਉਸ ਬੱਚੀ ਨੂੰ ਵੀ ਪ੍ਰੋਪਰ ਗਾਈਡੈਂਸ ਦੀ ਲੋੜ ਹੈ। ਤੁਹਾਨੂੰ ਕੀ ਲੱਗਦਾ ਕਿ ਉਹ ਬੱਚੀ ਹੁਣ ਸਾਰੀ ਉਮਰ ਬੇਫਿਕਰ ਹੋ ਕੇ ਜਿਉਣਗੀ? ਨਹੀਂ ਹੋਊਗੀ। ਉਸ ਨੂੰ ਵੀ ਜਿਹੜੀਆਂ ਹੈ ਪ੍ਰੋਬਲਮਸ ਆਉਣਗੀਆਂ, ਉਸ ਦਾ ਵੀ ਅੰਦਰ ਆਤਮਾ ਕਿਤੇ ਨਾ ਕਿਤੇ ਉਹਨੂੰ ਜਵਾਬ ਦੇਊਗੀ ਕਿ ਕਿਤੇ ਜਿੱਥੇ ਔਰਤਾਂ ਨੇ ਇੰਨੇ ਸਾਲ ਲਾ ਕੇ ਅਸੀਂ ਔਰਤਾਂ ਨੂੰ ਪਾਵਰਫੁਲ ਬਣਾਉਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਮੇਰੀ ਇੱਕ ਸਟੇਟਮੈਂਟ ਨੇ ਉਹਦੇ ਤੇ ਨੈਗੇਟਿਵ ਇੰਪੈਕਟ ਕਰ ਦਿੱਤਾ, ਮੈਂ ਉਸ ਨੂੰ ਪੋਜ਼ਿਟਿਵ ਕਰਨ ਦੇ ਲਈ ਕੀ ਕਰਾਂ। ਸੋ ਇਹ ਕੁਛ ਮਾੜਾ ਨਹੀਂ। ਡਿਵੀਜ਼ਨ ਜਿਹੜੀ ਹੈ ਕ੍ਰੀਏਟ ਹੁੰਦੀ ਆ, ਉਹ ਹਮੇਸ਼ਾ ਹੁੰਦੀ ਹੈ, ਔਰਤਾਂ ਮਰਦ ਦੇ ਵਿੱਚ ਹੁੰਦੀਆਂ, ਸਟੂਡੈਂਟਸ ਇਮੀਗ੍ਰੇਸ਼ਨ ਦੇ ਵਿੱਚ ਹੋ ਗਈ। ਸੋ ਇਹ ਤਾਂ ਸਮਾਜ ਦੇ ਦਾਇਰੇ ਆ, ਪਰ ਆਪਾਂ ਉਹਨਾਂ ਜਿਹੜੀਆਂ ਬਾਉਂਡਰੀਜ਼ ਨੇ ਉਸ ਨੂੰ ਵਾਰੀ ਜਿੰਨੀ ਵਾਰੀ ਪੈਣੀ ਹੈ ਡਿਵੀਜ਼ਨ, ਉਨੀ ਵਾਰੀ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਉਸ ਨੂੰ ਅਰੇਜ਼ ਕਰਕੇ ਇੱਕ ਕਲੈਕਟਿਵ ਜਿਹੜੀ ਕਮਿਊਨਿਟੀ ਹੈ ਉਹਦੇ ਵਾਂਗੂ ਆਪਾਂ ਨੂੰ ਐਕਟ ਕਰਨਾ ਚਾਹੀਦਾ ਜੀ। ਮੀਰਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ, ਸਮਾਂ ਕੱਢਿਆ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਬਹੁਤ ਮਿਹਰਬਾਨੀ ਜੀ। ਬਹੁਤ ਮਿਹਰਬਾਨੀ। ਦੋਸਤੋ, ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ, ਕਾਫੀ ਕੁਛ ਇਸ ਮਸਲੇ ਦੀ ਤਹਿ ਦੇ ਵਿੱਚ ਡੂੰਘਾ ਜਾਣ ਦੀ ਅਸੀਂ ਕੋਸ਼ਿਸ਼ ਕੀਤੀ ਹੈ, ਜੜ੍ਹਾਂ ਕਿੱਥੇ ਨੇ, ਮਸਲਾ ਕਿੱਥੇ ਆ, ਕੌਣ ਇਹਦੇ ਵਿੱਚ ਗਲਤ ਆ, ਸਮਾਜ ਦੇ ਵਿੱਚ ਜੋ ਕੁਛ ਗਲਤ ਹੋ ਰਿਹਾ ਇਹ ਥੋੜ੍ਹਾ % ਕਰਦਾ, ਇਹਨੂੰ ਇਗਨੋਰ ਕਰ ਦੇਣਾ ਚਾਹੀਦਾ। ਪਰ ਇਹ ਵੀ ਕਹਿੰਦੇ ਆ ਕਿ ਸਮਾਜ ਦੇ ਵਿੱਚ ਜਿਨ੍ਹਾਂ ਨੇ ਬਦਲਣਾ ਹੁੰਦਾ ਸਮਾਜ ਨੂੰ, ਜਾਂ ਕੋਈ ਇੱਧਰ ਦੀ ਉੱਧਰ ਕਰਨੀ ਹੁੰਦੀ, ਉਹ ਵੀ 0.1% ਜਾਂ ਉਹ ਤੋਂ ਵੀ ਸ਼ਾਇਦ ਘੱਟ ਹੁੰਦੇ ਆ। ਇਹ ਮਸਲਾ ਅਸੀਂ ਤੁਹਾਡੇ ਵਿੱਚ ਰੱਖਿਆ। ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਾਂਗੇ ਕਿ ਇਹਨਾਂ ਮਸਲਿਆਂ ਦੇ ਉੱਤੇ ਥੋੜ੍ਹੀ ਜਿਹੀ ਹੋਰ ਡੂੰਘੀ ਗੱਲਬਾਤ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਕਰ ਸਕੀਏ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਨਾਲ, ਇੱਕ ਨਵੀਂ ਸ਼ਖਸੀਅਤ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।